श्री नानक पद पंकज बंदन पद पंकज बंदन सिमरु अंगद दुख निकंदन अमरदास गुर हृदय त्याओ गुर हृदय त्याओ श्री गुरु रामदास गुण गावो गुर अर्जन बिघ्नन के नाशक बिघ्नन के नाशक हार गोविंद शुभ सुमत प्रकाशक गुर हर राय नमो कर जोरी नमो कर जोरी गुर हर कृष्ण मनाऊं बहोरी गुर तेग बहादुर परम कृपाला जी परम कृपाला श्री गुरु गोबिंद सिंह बिसाला तरों तरा पर पुन पुन सीसा वाहिगुरु पुन पुन सीसा बंदों बार बार जगदीसा तरों तरा पर पुन पुन सीसा वाहिगुरु पुन पुन सीसा बंदों बार बार जगदीसा जिसमें अमृत ज्ञान है नानक भगत बैराग श्री गुरु ग्रंथ साहिब उदद बंदों कर अनुराग श्री गुर शब्द कमाए जिन जीते पंच विकार तिन संतन कौ बंदना सिर चरणन पर धार एक अंकार सतगुरु तेह प्रसाद सच होए वाहिगुरु जी की फतेह है विघ्न विनाशन सोए एक अंकार सतगुरु तेह प्रसाद सच होए वाहिगुरु जी की फतेह है विघ्न विनाशन सोए सतनाम श्री वाहिगुरु साहिब जी हिंदू होए का तुर्क होए तीनों जिन्हों कमाए पार परे पव सिंध ते जन्म कलेश मिटाए हिंदू होए का तुर्क होए वाहिगुरु जी का खालसा वाहिगुरु जी की फतेह साहिब कमाल पीरान पीर मीरान मीर वाली कुल आलम सरवरे कायनात दसां ही पातशाहियों की आत्मक जोत धन धन साहिब श्री गुरु ग्रंथ साहिब महाराज सच्चे पातशाह जी दी पावन पवित्र हजूरी अंदर गुरुद्वारा श्री रामसर साहिब जी विखे हर साल दी तरह शहीदां दे सरताज पंचम पातशाह गुरु अर्जन प्रतख हर ऐसे दीन दयाल सतगुरु धन गुरु श्री गुरु अर्जन देव साहब महाराज जी का शहीदी गुरपुरब आप समुचियां संगतां बड़ी शरधा ते भावना सहित मनाउंदे हो। सो महाराज जी दे शहीदी दिहाड़े नूं समर्पित ये प्रसंग चल रहे हैं। पिछले दीवाना विच आपां सरवण कीता सी ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ
ਲਾਹੌਰ ਵਿਖੇ ਬਿਰਾਜਮਾਨ ਹਨ। ਬਾਦਸ਼ਾਹ ਜਹਾਂਗੀਰ ਦੀ ਕਚਹਿਰੀ ਲੱਗੀ ਹੈ। ਭਾਵੇਂ ਬਿਉਂਤ ਪਹਿਲਾਂ ਤੋਂ ਹੀ ਬਣਾਈ ਸੀ, ਪਰ ਦੁਨੀਆ ਨੂੰ ਇਹ ਦੱਸਣ ਵਾਸਤੇ ਕਿ ਬਾਦਸ਼ਾਹ ਤੇ ਬਿਲਕੁਲ ਨਿਰਦੋਸ਼ ਹੈ, ਸਾਰਾ ਕਸੂਰ ਹੀ ਚੰਦੂ ਦੇ ਸਿਰ ਮੜਿਆ ਜਾਵੇ, ਇਸ ਲਈ ਬਾਦਸ਼ਾਹ ਆਪ ਲਾਹੌਰ ਸੀ। ਗੁਰੂ ਅਰਜਨ ਦੇਵ ਸਾਹਿਬ ਨੂੰ ਸੁਨੇਹਾ ਭੇਜ ਕੇ ਬੁਲਾਇਆ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਪਾਲਕੀ ਸਾਹਿਬ 'ਚ ਬਿਰਾਜਮਾਨ ਕਰਕੇ ਬਾਦਸ਼ਾਹ ਦੀ ਲੱਗੀ ਕਚਹਿਰੀ ਵਿੱਚ ਲਿਆਂਦਾ ਗਿਆ। ਉੱਥੇ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਆਸਣ ਵੀ ਜਿਹੜਾ ਸੀ ਉਹ ਉੱਚਾ ਰੱਖਿਆ ਗਿਆ। ਭਰੀ ਸਭਾ ਦੇ ਵਿੱਚ ਗੁਰੂ ਸਾਹਿਬ ਜੀ ਤੋਂ ਜਹਾਂਗੀਰ ਨੇ ਸਵਾਲ ਕਰਕੇ ਪੁੱਛਿਆ ਸੀ ਕਿ ਸਾਨੂੰ ਇਹ ਦੱਸੋ ਕਿ ਜਗਤ ਵਿੱਚ ਇਹ ਦੋ ਵੱਡੇ ਫਿਰਕੇ ਨੇ, ਹਿੰਦੂ ਅਤੇ ਮੁਸਲਮਾਨ ਦੇ, ਇਹਨਾਂ ਦੋਨਾਂ ਵਿੱਚੋਂ ਵੱਡਾ ਕੌਣ ਹੈ? ਤੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਰਾਮਕਲੀ ਰਾਗ ਦੇ ਵਿੱਚ ਇਹ ਪਾਵਨ ਸ਼ਬਦ ਉਚਾਰਨ ਕੀਤਾ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵਾ ਗੁਸਈਆਂ, ਕੋਈ ਅੱਲਾਹੇ, ਕਾਰਨ ਕਰਨ ਕਰੀਮ, ਕਿਰਪਾ ਧਾਰ ਰਹੀਮ। ਇਹ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਨੇ। ਕੋਈ ਬਾਦਸ਼ਾਹ ਭਿਸਤ, ਕੋਈ ਸੁਰਗਿੰਦੂ, ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿਨ ਭੇਦ ਜਾਤਾ। ਮਹਾਰਾਜ ਕਹਿੰਦੇ ਕੋਈ ਆਪਣੇ ਆਪ ਨੂੰ ਹਿੰਦੂ ਕਹਾਉਂਦਾ ਏ, ਕੋਈ ਕਹਿੰਦਾ ਮੈਂ ਮੁਸਲਮਾਨ ਹਾਂ, ਕੋਈ ਰਾਮ ਰਾਮ ਜਪਦਾ ਏ, ਕੋਈ ਖੁਦਾ ਖੁਦਾ ਜਪਦਾ ਏ, ਕੋਈ ਵੈਸ਼ਟਾਂ ਦੀ ਸੋਚ ਕੇ ਬੈਠਾ ਏ, ਕੋਈ ਸਵਰਗਾਂ ਦੀ ਇੱਛਾ ਰੱਖ ਕੇ ਬੈਠਾ ਏ। ਅਸਲ ਵਿੱਚ ਜਿਨ੍ਹਾਂ ਅਕਾਲ ਪੁਰਖ ਦੇ ਹੁਕਮ ਨੂੰ ਪਛਾਣਿਆ, ਉਹ ਹੁਕਮ ਹੈ ਕਿੱਥੇ? ਤੇ ਗੁਰਦੇਵ ਦਾ ਫਰਮਾਨ ਹੈ, ਨਾਨਕ ਲਿਖਿਆ ਨਾਲ। ਜਿਹੜੇ ਵੀ ਜੀਵਨ ਦੇ ਵਿੱਚ ਆਪਾਂ ਕਰਮ ਕਰ ਰਹੇ ਹਾਂ, ਉਹ ਕਰਮਾਂ ਅਨੁਸਾਰ ਮੱਥੇ ਤੇ ਲੇਖ ਲਿਖੇ ਹੋਏ ਨੇ। ਉਹਨਾਂ ਲੇਖਾਂ ਅਨੁਸਾਰ ਹੀ ਦੁੱਖ ਸੁੱਖ ਭੋਗਦੇ ਹਾਂ। ਇਹੋ ਹੀ ਪਰਮਾਤਮਾ ਦਾ ਹੁਕਮ ਹੈ, ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਤੇ ਗੁਰੂ ਸਾਹਿਬ ਜੀ ਨੇ ਉੱਤਰ ਦਿੱਤਾ, ਪ੍ਰਭ ਸਾਹਿਬ ਕਾ ਤਿਨ ਭੇਦ ਜਾਤਾ। ਉਹੀ ਅਕਾਲ ਪੁਰਖ ਦੇ ਨੇੜੇ ਹੈ ਜਿਨੇ ਪਰਮਾਤਮਾ ਦੇ ਹੁਕਮ ਨੂੰ ਕਮਾਇਆ ਹੈ। ਤੇ ਗੁਰਦੇਵ ਨੇ ਉੱਤਰ ਦਿੱਤਾ, ਇੱਕ ਹੁਕਮ ਮੰਨਣ ਵਾਲਾ, ਇੱਕ ਦੁੱਖ ਸੁੱਖ ਦੇ ਵਿੱਚ ਇੱਕ ਰਸ ਬਿਰਤੀ ਰੱਖਣ ਵਾਲਾ, ਤੇ ਤੀਸਰਾ ਬਚਨ ਗੁਰਦੇਵ ਨੇ ਕੀਤਾ, ਪ੍ਰਭੂ ਦਾ ਸਿਮਰਨ ਕਰਨ ਵਾਲਾ। ਜਿਨੇ ਤਿੰਨ ਗੁਣ ਧਾਰਨ ਕਰ ਲਏ, ਅਸਲ ਵਿੱਚ ਉਹ ਵੱਡਾ ਹੈ। ਰਸਤੇ ਸਾਰਿਆਂ ਦੇ ਵੱਖਰੇ ਵੱਖਰੇ ਹੋ ਸਕਦੇ ਨੇ, ਪਰ ਮੰਜ਼ਿਲ ਇੱਕ ਹੀ ਹੈ, ਰਾਮ ਕਹਿਣ ਵਾਲੇ ਦੀ ਵੀ ਤੇ ਖੁਦਾ ਕਹਿਣ ਵਾਲੇ ਦੀ ਵੀ। ਇਹ ਕੇਵਲ ਲੋਕਾਂ ਦੇ ਮਨ ਵਿੱਚ ਭਰਮ ਸਨ। ਭਾਈ ਗੁਰਦਾਸ ਜੀ ਕਹਿੰਦੇ, ਰਾਮ ਰਹੀਮ ਕਹਾਏ ਦੇ, ਇੱਕ ਨਾਮ ਦੋਏ ਰਾਹ ਭੁਲਾਣੇ। ਰਾਮ ਕਹਿਣ ਵਾਲੇ ਦਾ ਵੀ ਰਸਤਾ ਮੰਜ਼ਿਲ ਉਹ ਹੈ, ਤੇ ਰਹੀਮ ਕਹਿਣ ਵਾਲੇ ਦੀ ਵੀ। ਪਰ ਪਰਮਾਤਮਾ ਦੇ ਭੇਦ ਨੂੰ ਨਾ ਜਾਣਨ ਵਾਲੇ ਉਹਦੇ ਤੋਂ ਦੂਰੀ ਬਣਾ ਕੇ ਰੱਖਦੇ ਨੇ। ਰਾਮ ਕਹਿਣ ਵਾਲਾ ਕਿ ਮੈਂ ਵੱਡਾ, ਤੇ ਰਹੀਮ ਕਹਿਣ ਵਾਲਾ ਕਹਿੰਦਾ ਮੈਂ ਵੱਡਾ। ਹਿੰਦੂ ਕਵੇ ਕਿ ਮੈਂ ਸਵਰਗਾਂ ਨੂੰ ਜਾਵਾਂਗਾ ਕਿਉਂਕਿ ਮੈਂ ਹਿੰਦੂ ਹਾਂ, ਤੇ ਮੁਸਲਮਾਨ ਕਹਿੰਦਾ ਸਾਨੂੰ ਬਿਸ਼ਤਾਂ ਮਿਲਣਗੀਆਂ ਕਿਉਂਕਿ ਮੈਂ ਮੁਸਲਮਾਨ ਹਾਂ। ਪਰ ਅਸਲ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਵੀ ਆਪਾਂ ਪੜ੍ਹਦੇ ਹਾਂ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਅਗਲਾ ਬਚਨ ਹੈ, ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿਨੇ ਨਾਮ ਜਪਿਆ ਉਹ ਭਾਵੇਂ ਕਿਸੇ ਵੀ ਧਰਮ ਦੇ ਵਿੱਚ, ਕਿਸੇ ਵੀ ਜਾਤੀ ਵਿੱਚ, ਕਿਸੇ ਫਿਰਕੇ ਨਾਲ ਉਹ ਸੰਬੰਧ ਰੱਖਦਾ ਹੋ, ਪਰ ਪਰਮਾਤਮਾ ਦੀ ਪ੍ਰਾਪਤੀ ਦਾ ਇਹੋ ਹੀ ਰਸਤਾ ਹੈ ਕਿ ਉਹਦਾ ਸਿਮਰਨ ਕਰਨਾ, ਭਜਨ ਕਰਨਾ, ਬੰਦਗੀ ਕਰਨੀ। ਅਸਲ ਵਿੱਚ ਉਹੀ ਵੱਡਾ ਹੈ। ਤੇ ਜਿਹੜੇ ਬੰਦਗੀ ਕਰਨ ਵਾਲੇ ਸਨ, ਉਹਨਾਂ ਦਾ ਮਾਨ ਸਨਮਾਨ ਹੈ ਅੱਜ ਵੀ, ਉਹਨਾਂ ਦੇ ਸੀਸ ਤੇ ਚੌਰ ਹੋ ਰਿਹਾ। ਭਾਵੇਂ ਬਾਬਾ ਫਰੀਦ ਸਾਹਿਬ ਨੇ, ਉਹਨਾਂ ਨੂੰ ਵੀ ਨਮਸਕਾਰ ਹੈ ਸਾਰੇ ਜਗਤ ਦੀ। ਤੇ ਭਾਵੇਂ ਭਗਤ ਰਾਮਾਨੰਦ ਜੀ, ਪਰਮਾਨੰਦ ਜੀ ਨੇ, ਉਹਨਾਂ ਦੇ ਸੀਸ ਤੇ ਵੀ ਚੌਰ ਹੈ। ਇਹ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਉੱਤਰ ਸੁਣਿਆ, ਸਾਰੇ ਨਿਰਉੱਤਰ ਹੋ ਗਏ, ਸਾਰੀ ਸਭਾ ਨਿਰਉੱਤਰ ਹੋਈ ਹੈ। ਪਰ ਫਿਰ ਵੀ ਬੜੀ ਸ਼ਾਤਰ ਬੁੱਧੀ ਦੇ ਨਾਲ ਚੰਦੂ ਕਿਸ ਤਰ੍ਹਾਂ ਬਾਦਸ਼ਾਹ ਕੋਲੋਂ ਆਗਿਆ ਲੈ ਕੇ
ਕਿਉਂਕਿ ਆਗਿਆ ਤੇ ਬਾਦਸ਼ਾਹ ਦੀ ਹੋਣੀ ਸੀ, ਰਾਜਾ ਤੇ ਉਹੀ ਸੀ ਨਾ। ਇਸ ਕਰਕੇ ਕਿਸ ਤਰ੍ਹਾਂ ਆਗਿਆ ਲੈ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਆਪਣੀ ਹਵੇਲੀ ਵਿੱਚ ਲੈ ਕੇ ਜਾਂਦਾ ਹੈ। ਉੱਥੇ ਲਿਜਾ ਕੇ ਸੋਚਦਾ ਸੀ ਕਿ ਗੁਰੂ ਸਾਹਿਬ ਕੋਲੋਂ ਹੀ ਸ਼ਰਤਾਂ ਮਨਾ ਲਵਾਂਗੇ, ਪਰ ਕਿਸ ਤਰ੍ਹਾਂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਾਨੂੰ ਭਾਣਾ ਮੰਨਣ ਦੀ ਹੁਕਮ ਦੀ ਗੱਲ ਦੱਸੀ ਹੈ। ਨਾਲੇ ਕਾਰਨ ਬਣਾਉਣ ਵਾਲੇ ਸਤਿਗੁਰੂ ਆਪ ਹੀ ਨੇ ਕਿ ਜ਼ੁਲਮ ਰਾਜ ਦੀਆਂ ਜਿਹੜੀਆਂ ਜੜ੍ਹਾਂ ਸਨ ਉਹ ਖੋਖਲੀਆਂ ਕਰਨ ਵਾਸਤੇ ਗੁਰੂ ਸਾਹਿਬ ਜੀ ਨੇ ਆਪਣੀ ਸ਼ਹਾਦਤ ਦਿੱਤੀ ਹੈ। ਉਹ ਵਿਚਾਰ ਅੱਗੇ ਆ ਰਹੀ ਹੈ। ਆਓ ਗੁਰ ਸੰਗਤ ਜੀ ਮਨ ਬਿਰਤੀਆਂ ਗੁਰੂ ਚਰਨਾਂ ਵਿੱਚ ਇਸੇ ਤਰ੍ਹਾਂ ਜੋੜ ਕੇ ਬੈਠੀਏ। ਗੁਰੂ ਸਾਹਿਬ ਜੀ ਦਾ ਜੋ ਅੰਮ੍ਰਿਤਮਈ ਜਸ ਹੈ, ਇਸ ਅੰਮ੍ਰਿਤ ਨੂੰ ਕੰਨਾਂ ਨੂੰ ਡੂਨੇ ਬਣਾ ਕੇ ਪੀਣ ਦਾ ਯਤਨ ਕਰੀਏ। ਸਾਰੀ ਹੀ ਸੰਗਤ ਦਿਓ ਅਸੀਸ, ਰਸਨਾ ਕਰੋ ਪਵਿੱਤਰ, ਪਿਆਰ ਸਤਿਕਾਰ ਸਹਿਤ ਉਚਾਰਨ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ, ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਹਿੰਦੂ ਹੋਏ ਕਾ ਤੁਰਕ ਹੋਏ, ਤਿੰਨੋਂ ਜਿਨ੍ਹਾਂ ਕਮਾਏ। ਗੁਰੂ ਸਾਹਿਬ ਜੀ ਕਹਿਣ ਲੱਗੇ, ਬਾਦਸ਼ਾਹ ਦਾ ਸਵਾਲ ਸੀ ਵੱਡਾ ਕੌਣ ਹੈ, ਹਿੰਦੂ ਜਾਂ ਮੁਸਲਮਾਨ? ਤੇ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਨੇ ਕਿ ਤਿੰਨਾਂ ਵਿੱਚੋਂ ਜਿੰਨੇ ਵੀ ਬਚਨ, ਭਾਵੇਂ ਕੋਈ ਹਿੰਦੂ ਹੈ ਭਾਵੇਂ ਕੋਈ ਮੁਸਲਮਾਨ ਹੈ, ਜਿੰਨੇ ਤਿੰਨ ਬਚਨ ਕਮਾਏ ਨੇ ਉਹ ਆਪਾਂ ਕੱਲ ਦੀ ਕਥਾ 'ਚ ਸਰਵਣ ਕੀਤਾ ਹੈ। ਹੁਕਮ ਮੰਨਣਾ, ਦੁੱਖ ਸੁੱਖ ਦੇ ਵਿੱਚ ਰਾਜੀ ਰਹਿਣਾ, ਦੋਸ਼ ਕਿਸੇ ਨੂੰ ਨਹੀਂ ਦੇਣਾ, ਦੋਸ਼ ਕਰਮਾਂ ਆਪਣੇ ਆ। ਤੀਜਾ ਬਚਨ ਗੁਰਦੇਵ ਨੇ ਕੀਤਾ ਸੀ ਪ੍ਰਭੂ ਦਾ ਸਿਮਰਨ ਕਰਨਾ। ਇਹ ਦੇਹੀ ਮਨੁੱਖਾ ਤਾਂ ਹੀ ਸਫਲੀ ਹੈ ਜੇ ਮਨੁੱਖਾ ਦੇ ਲੈ ਕੇ ਆਪਾਂ ਖੁਦਾ ਦੀ ਇਬਾਦਤ ਕਰਦੇ ਹਾਂ, ਪ੍ਰਭੂ ਦਾ ਸਿਮਰਨ ਕਰਦੇ। ਸੁਖਮਨੀ ਸਾਹਿਬ ਦੀ ਪਹਿਲੀ ਅਸ਼ਟਪਦੀ ਵਿੱਚ ਹੀ ਮਹਾਰਾਜ ਜੀ ਨੇ ਸਿਮਰਨ ਕਰਨ ਦਾ ਉਪਦੇਸ਼ ਦਿੱਤਾ ਹੈ। ਪ੍ਰਭ ਕੈ ਸਿਮਰਨ, ਪ੍ਰਭ ਕੈ ਸਿਮਰਨ। ਇਸ ਲਈ ਮਹਾਰਾਜ ਕਹਿੰਦੇ ਜਿਨ੍ਹਾਂ ਤਿੰਨ ਬਚਨ ਕਮਾਏ, ਉੱਥੇ ਇਹ ਨਹੀਂ ਦੇਖਿਆ ਜਾਣਾ ਦਰਗਾਹ ਵਿੱਚ ਇਹ ਹਿੰਦੂ ਹੈ ਇਹਨੂੰ ਇੱਧਰ ਲੈ ਆਓ ਤੇ ਮੁਸਲਮਾਨ ਹੈ ਇਹਨੂੰ ਇੱਧਰ ਭੇਜ ਦਿਓ। ਇਹ ਕੇਵਲ ਲੋਕਾਂ ਦੀਆਂ ਬਣਾਈਆਂ ਗੱਲਾਂ ਨੇ। ਮਹਾਰਾਜ ਕਹਿੰਦੇ ਹਨ ਕਿ ਵੱਡਾ ਉਹ ਜਿਹਨੇ ਪ੍ਰਭੂ ਦਾ ਸਿਮਰਨ ਕੀਤਾ ਹੈ, ਜਿਨ੍ਹਾਂ ਨੇ ਅਕਾਲ ਪੁਰਖ ਦੀ ਭਗਤੀ ਕੀਤੀ, ਜਿਨਨੇ ਤਿੰਨ ਬਚਨ ਕਮਾਏ ਹਨ, ਉਹ ਵੱਡਾ ਹੈ। ਪਾਰ ਪਰੇ ਪਵ ਸਿੰਧ ਤੇ ਜਨਮ ਕਲੇਸ਼ ਮਿਟਾਏ। ਜਿਹੜਾ ਇਹ ਤਿੰਨ ਬਚਨ ਕਮਾਵੇਗਾ, ਭਾਣਾ ਮੰਨਣ ਵਾਲੇ, ਦੋਸ਼ ਕਿਸੇ ਵਿੱਚ ਨਹੀਂ ਕਲਪੇਗਾ, ਉਹਦਾ ਸਿਮਰਨ ਕਰੇਗਾ, ਉਹ ਇਸ ਭਵ ਸਾਗਰ ਦਾ ਸਭ ਤੋਂ ਵੱਡਾ ਕਲੇਸ਼ ਕਿਹੜਾ ਹੈ? ਜਨਮ ਤੇ ਮਰਨ ਦਾ। ਭਾਵੇਂ ਜੀਵ ਇਹਨੂੰ ਸਭ ਤੋਂ ਵੱਡਾ ਸੁੱਖ ਸਮਝੀ ਬੈਠਾ ਹੈ, ਪਰ ਜਦੋਂ ਆਪਾਂ ਗੁਰਬਾਣੀ ਦੇ ਪਾਵਨ ਵਾਕ ਪੜ੍ਹਦੇ ਹਾਂ, ਮੁਖ ਤਲੈ ਪੈਰ ਉੱਪਰ ਹੈ, ਵਸੰਦੋ ਕੋਹ ਥੜੈ ਥਾਈ। ਬਹੁਤ ਮਾੜੀ ਜਗ੍ਹਾ ਦੇ ਉੱਤੇ ਦਾ ਵਾਸਾ ਹੁੰਦਾ ਹੈ, ਮੂੰਹ ਥੱਲੇ ਤੇ ਪੈਰ ਉੱਪਰ। 9 ਮਹੀਨੇ ਦੇ ਕਰੀਬ ਇਹਨੇ ਉਸ ਕਾਲ ਕੋਠੜੀ ਵਿੱਚ ਰਹਿਣਾ ਜਿਹਨੂੰ ਮਾਂ ਦੀ ਗਰਭ ਕਹਿੰਦੇ। ਇਹ ਬਹੁਤ ਵੱਡਾ ਦੁੱਖ ਵੀ ਹੈ, ਤੇ ਇਸ ਦੁੱਖ ਤੋਂ ਮੁਕਤੀ ਤਾਂ ਹੋ ਸਕਦੀ ਹੈ ਜੇ ਜੀਵ ਆਤਮਾ ਨੇ ਭਜਨ ਬੰਦਗੀ ਕੀਤੀ। ਮਹਾਰਾਜ ਕਹਿੰਦੇ ਜਿਹੜਾ ਇਹ ਬਚਨ ਕਮਾਵੇਗਾ ਉਹ ਸਭ ਤੋਂ ਵੱਡੇ ਕਲੇਸ਼ ਤੋਂ ਮੁਕਤ ਹੋ ਜਾਵੇਗਾ, ਜਿਨਨੇ ਬਚਨ ਕਮਾਏ। ਐਵੇਂ ਫਜ਼ੂਲ ਦੇ ਝਗੜੇ ਖੜੇ ਕਰ ਦੇਣੇ ਕਿ ਤੁਸੀਂ ਹਿੰਦੂ ਬਣ ਜਾਓ, ਤੁਸੀਂ ਮੁਸਲਮਾਨ ਬਣ ਜਾਓ। ਮਹਾਰਾਜ ਨੇ ਤਾਂ ਕਿਤੇ ਨਹੀਂ ਕਿਹਾ ਕਿ ਆਪਣਾ ਧਰਮ ਛੱਡ ਕੇ ਤੇ ਇੱਧਰ ਆ ਜਾਓ। ਬਸ ਜਿੱਥੇ ਵੀ ਗੁਰੂ ਨਾਨਕ ਸਾਹਿਬ ਗਏ ਇਹੋ ਹੀ ਬੀਜ ਬੀਜਿਆ। 7 ਬਾਬੇ ਤਾਰੇ 4 ਚੱਕ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ 4 ਚੱਕਾਂ ਵਿੱਚ 7 ਨਾਮ ਪੜ੍ਹ ਮੰਤਰ ਸੁਣਾਇਆ। ਪਰਮਾਤਮਾ ਦੀ ਭਗਤੀ ਕਰਨ ਦਾ ਹੀ ਉਪਦੇਸ਼ ਦਿੱਤਾ ਹੈ, ਭਾਵੇਂ ਕੋਈ ਮੁਸਲਮਾਨ ਸੀ ਭਾਵੇਂ ਕੋਈ ਹਿੰਦੂ ਸੀ। ਤੇ ਕਿੰਨਾ ਸੁੱਖ ਹੈ ਸਿਮਰਨ ਵਿੱਚ, ਸਾਰੇ ਕਲੇਸ਼ ਹੀ ਮੁੱਕ ਜਾਂਦੇ। ਪਰ ਕੇਵਲ ਧਰਮ ਦਾ ਪਹਿਰਾਵਾ ਪਾ ਕੇ ਝਗੜਾ ਖੜਨਾ ਕਰਨ ਵਾਲਾ ਕਹਿੰਦਾ ਤੂੰ ਵੀ ਇਸ ਤਰ੍ਹਾਂ ਦਾ ਬਣ ਤਾਂ ਤੇਰੀ ਮੁਕਤੀ ਹੋਵੇਗੀ। ਮਹਾਰਾਜ ਕਹਿੰਦੇ ਨੇ। ਗੁਰੂ ਨਾਨਕ ਸਾਹਿਬ ਜੀ ਨੂੰ ਸਵਾਲ ਕੀਤਾ, ਕਹਿਣ ਲੱਗੇ ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨ ਹੋਈ। ਤੇ ਗੁਰੂ ਨਾਨਕ ਸਾਹਿਬ ਜੀ ਨੇ ਵੀ ਇਹੋ ਉੱਤਰ ਦਿੱਤਾ ਸੀ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ, ਹਿੰਦੂ ਮੁਸਲਮਾਨ ਦੋਏ ਦਰਗਾਹ ਅੰਦਰ ਲੈਣ ਨਾ ਢੋਈ। ਭਾਵੇਂ ਦਾ ਇਹ ਹੈ ਕਿ ਆਪਾਂ ਵੀ ਆਪਣੇ ਆਪ ਨੂੰ ਵਿੱਚ ਸ਼ਾਮਲ ਕਰਕੇ ਦੇਖੀਏ। ਕੱਲਾ ਪਹਿਰਾਵਾ ਪਾ ਕੇ ਕਹਿਣਾ ਕਿ ਮੈਂ ਸਿੱਖ ਹਾਂ, ਇਸ ਤਰ੍ਹਾਂ ਗੱਲ ਨਹੀਂ ਬਣਦੀ। ਜਿਹੜੇ ਸਾਨੂੰ ਸਿੱਖੀ ਦੇ ਗੁਰੂ ਸਾਹਿਬ ਨੇ ਅਸੂਲ ਦਿੱਤੇ ਨੇ, ਜਿੰਨਾ ਚਿਰ ਆਪਾਂ ਕਮਾਉਂਦੇ ਹੀ ਨਹੀਂ। ਕੱਲਾ ਵਰਦੀ ਪਾ ਕੇ ਮੁਲਾਜ਼ਮ ਖੜਾ ਹੋ ਜਾਵੇ, ਡਿਗਰੀ ਕੋਈ ਹੋਵੇ ਹੀ ਨਾ, ਭਰਤੀ ਉਹ ਹੋਵੇ ਹੀ ਨਾ, ਇੰਜ ਕਵੇ ਕਿ ਮੈਂ ਵਰਦੀ ਪਾਈ ਹੈ ਤੇ ਮੇਰੀ ਮੰਨੋ, ਇਸ ਤਰ੍ਹਾਂ ਹੁੰਦਾ ਨਹੀਂ। ਕਿਉਂਕਿ ਥੋੜਾ ਸਮਾਂ ਤੇ ਉਹ ਲੋਕਾਂ ਨੂੰ ਭਰਮਾ ਸਕਦਾ ਹੈ, ਪਰ ਸੱਚ ਤੇ ਝੂਠ ਬਿਲਕੁਲ ਸਾਹਮਣੇ ਆ ਜਾਂਦਾ ਹੈ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਜਿਨ੍ਹਾਂ ਨੇ ਬਚਨ ਕਮਾਏ ਨੇ
ਉਹੀ ਇਸ ਭਵ ਸਾਗਰ ਤੋਂ ਤਰਦੇ ਹਨ। ਤੀਨੋਂ ਕੋ ਵਿਸਤਾਰ ਕਰ ਕਹੈਂ ਜੇ ਅਰਥ ਵਿਸਾਲ। ਕਵੀ ਜੀ ਕਹਿੰਦੇ ਮੈਂ ਤਿੰਨਾਂ ਦਾ ਵਿਸਥਾਰ ਕਰਾਂ ਨਾ ਤੇ ਇਹਦਾ ਬਹੁਤ ਜ਼ਿਆਦਾ ਵਿਸਥਾਰ ਹੋ ਜਾਵੇਗਾ ਜੇ ਮੈਂ ਤਿੰਨਾਂ ਦੇ ਅਰਥ ਕਰਨ ਲੱਗਾ, ਕਿਉਂਕਿ ਹੁਕਮ ਦੀ ਖੇਡ ਬਹੁਤ ਵੱਡੀ ਹੈ। ਭਾਣੇ ਨੂੰ ਮੰਨਣਾ, ਫਿਰ ਦੁੱਖ ਸੁੱਖ ਦੇ ਵਿੱਚ ਇੱਕ ਰਸ ਬਿਰਤੀ ਰੱਖਣੀ, ਸਿਮਰਨ ਕਰਨਾ, ਜੇ ਮੈਂ ਇਹਦੇ ਅਰਥ ਕਰਾਂ ਤੇ ਬਹੁਤ ਵਿਸਥਾਰ ਹੋਵੇਗਾ। ਅਦਕ ਹੋਏ ਤੱਕ ਕਹਿ ਤੱਕ ਸੁਨੋ ਛੂਟਹਿ ਬੰਧਨ ਜਾਲ। ਕਹਿੰਦੇ ਕਿ ਬਹੁਤ ਵੱਡਾ ਵਿਸਥਾਰ ਹੋ ਜਾਵੇਗਾ, ਕੇਵਲ ਇਹਨਾਂ ਸੁਣੋ ਕਿ ਤਿੰਨ ਬਚਨ ਕਮਾ ਲਓ ਤੇ ਇਸ ਭਵ ਸਾਗਰ ਤੋਂ ਤਰ ਜਾਵੋਗੇ। ਸੋ ਮਤਵੰਤ ਥੋਰੇ ਕਹੇ ਸਮਝਹਿ ਬਾਤ ਵਿਸਾਲ। ਜਿਹੜੇ ਬੁੱਧੀਵਾਨ ਹੁੰਦੇ ਨੇ ਨਾ, ਉਹ ਥੋੜੀ ਜੀ ਗੱਲ ਸੁਣ ਕੇ ਤੇ ਉਹਨੂੰ ਬਹੁਤਾ ਸਮਝ ਲੈਂਦੇ, ਉਹਨੂੰ ਕਹਿੰਦੇ ਨੇ ਸਿਆਣਾ। ਆਪਾਂ ਅਕਸਰ ਹੀ ਗੱਲ ਕਰਦੇ ਆ, ਕਹਿੰਦੇ ਆ ਸਿਆਣੇ ਨੂੰ ਇਸ਼ਾਰਾ ਹੀ ਕਾਫੀ ਹੈ। ਉਹਦਾ ਭਾਵ ਅਰਥ ਇਹ ਹੁੰਦਾ ਹੈ ਕਿ ਥੋੜੀ ਜੀ ਗੱਲ ਇਸ਼ਾਰੇ ਮਾਤਰ ਸਮਝ ਲੈਣੀ ਤੇ ਫਿਰ ਉਹਨੂੰ ਬਹੁਤਾ ਸਮਝਣਾ। ਤੇ ਜਿਹਦੀ ਬੁੱਧੀ ਹੋਵੇ ਹੀ ਨਾ, ਉਹਨੂੰ ਜਿੰਨਾ ਮਰਜ਼ੀ ਪੜ੍ਹ ਸੁਣਾਈ ਚੱਲੋ, ਉਹਨੂੰ ਬਹੁਤਾ ਪੜਿਆ ਵੀ ਥੋੜਾ ਸਮਝ ਨਹੀਂ ਪੈਂਦਾ। ਇਸ ਲਈ ਕਵੀ ਜੀ ਕਹਿੰਦੇ ਨੇ ਕਿ ਸਿਆਣੇ ਥੋੜੇ ਨੂੰ ਹੀ ਵਿਸਥਾਰ ਸਮਝ ਲੈਣ। ਜਿਨ ਕੋ ਲੱਗੀ ਖੁਦਾਏ ਲਿਵ ਸੇਈ ਅਕਲ ਕਮਾਲ। ਅਸਲ ਵਿੱਚ ਕਮਾਲ ਦੀ ਅਕਲ ਵਾਲੇ ਕੌਣ ਨੇ? ਜਿਨ ਕੋ ਲੱਗੀ ਖੁਦਾਏ ਲਿਵ, ਉਹ ਸਭ ਤੋਂ ਵੱਡੀ ਅਕਲ ਵਾਲੇ। ਠੀਕ ਹੈ, ਦੁਨੀਆ ਦੀ ਪੜ੍ਹਾਈ ਵਿਦਿਆ, ਸੰਸਾਰ ਵਿੱਚ ਚਲਾਕੀਆਂ ਸਿਆਣਪਾਂ ਬੰਦਾ ਬਹੁਤ ਜ਼ਿਆਦੀਆਂ ਸੰਭਾਲ ਕੇ ਰੱਖਦਾ ਹੈ, ਪਰ ਅਸਲ ਵਿੱਚ ਵੱਡਾ ਉਹ ਹੈ ਜਿਹੜਾ ਖੁਦਾ ਦੀ ਭਗਤੀ ਕਰਦਾ, ਬੰਦਗੀ ਕਰਦਾ, ਉਹੀ ਸਿਆਣਾ ਹੈ। ਲੋਕ ਵਿੱਚ ਵੀ ਉਹਦਾ ਮੁੱਖ ਉਜਲਾ ਹੈ ਤੇ ਪਰਲੋਕ ਵਿੱਚ ਵੀ। ਇਸ ਲਈ ਜਿਨ੍ਹਾਂ ਦੀ ਖੁਦਾ ਦੇ ਨਾਲ ਲਿਵ ਲੱਗੀ ਹੈ ਉਹ ਵੱਡੀ ਅਕਲ ਵਾਲੇ ਹਨ। ਇਮ ਸਤਿਗੁਰ ਕੀ ਕਹਿਤ ਬਚ ਰਾਹ ਪਛਮ ਅਸਤਾਏ। ਇਸ ਤਰ੍ਹਾਂ ਬਚਨ ਬਿਲਾਸ ਕਰਦਿਆਂ ਸਭਾ ਦੇ ਵਿੱਚ ਜਿਹੜਾ ਸੂਰਜ ਸੀ ਉਹ ਪੱਛਮ ਦੀ ਦਿਸ਼ਾ ਦੇ ਵਿੱਚ ਛੁਪ ਗਿਆ। ਸੰਧਿਆ ਲਖ ਕਰ ਸ਼ਾਹੂ ਤਬ ਕਰੇ ਵਿਸਰਜਨ ਗਾਏ। ਸੰਧਿਆ ਦਾ ਸਮਾਂ ਜਾਣ ਕੇ ਬਾਦਸ਼ਾਹ ਨੇ ਆਪਣੀ ਜਿਹੜੀ ਸਭਾ ਸੀ ਉਹ ਬਰਖਾਸਤ ਕਰ ਦਿੱਤੀ ਹੈ। ਉਠੇ ਗੁਰੂ ਨਿਕ ਸੇ ਵਹਿਰ ਚੰਦੂ ਅਵਸਰ ਪਾਏ। ਗੁਰੂ ਅਰਜਨ ਦੇਵ ਸਾਹਿਬ ਉੱਠੇ ਨੇ, ਜਿਹੜਾ ਚੰਦੂ ਸੀ ਉਹਨੇ ਮੌਕਾ ਪਾ ਕੇ ਮੈਂ ਲੈ ਜਾਵੋ ਨਿਜ ਸਦਨ ਰਾਖੋ ਸੇਵਕ ਰਾਏ। ਬਾਦਸ਼ਾਹ ਨੂੰ ਜਾ ਕੇ ਕਹਿਣ ਲੱਗਾ, ਬਾਦਸ਼ਾਹ ਸਲਾਮਤ, ਤੁਸੀਂ ਮੈਨੂੰ ਆਗਿਆ ਦਿਓ, ਕਿਉਂਕਿ ਸਭਾ ਲੱਗੀ ਹੈ ਨਾ ਤੇ ਰਾਜਨੀਤੀ ਕਈ ਵਾਰੀ ਬੰਦੇ ਦਿਖਾਉਂਦੇ ਕੁਝ ਹੋਰ ਨੇ ਤੇ ਕਰਦੇ ਕੁਝ ਹੋਰ ਨੇ। ਮਨ ਵਿੱਚ ਕੁਝ ਹੋਰ ਹੁੰਦਾ ਤੇ ਬਾਹਰ ਦਿਖਾਵਾ ਕੁਝ ਹੋਰ, ਆਪਾਂ ਦੇਖਦੇ ਹੀ ਆ। ਤੇ ਹੁਣ ਭਰੀ ਸਭਾ ਸੀ ਤੇ ਜੇ ਸਾਰਿਆਂ ਦੇ ਸਾਹਮਣੇ ਬਾਦਸ਼ਾਹ ਗੁਰੂ ਸਾਹਿਬ ਜੀ ਨੂੰ ਚੰਦੂ ਨੂੰ ਖੜਨ ਵਾਸਤੇ ਕਹਿੰਦਾ ਕਿ ਇੱਥੇ ਲੈ ਜਾ ਆਪਣੇ ਘਰੇ ਤੇ ਇਹਨਾਂ ਨੂੰ ਤਸੀਹੇ ਦੇਣੇ ਨੇ ਤੇ ਸਭਾ ਦੇ ਵਿੱਚ ਰੋਲਾ ਪੈ ਸਕਦਾ ਸੀ, ਬਾਦਸ਼ਾਹ ਦੀ ਵੀ ਨਿਰਾਦਰੀ ਹੁੰਦੀ। ਇਸ ਲਈ ਬਾਦਸ਼ਾਹ ਇਹਨਾਂ ਦੀ ਇੰਜ ਕਹਿ ਲਓ ਵਿਦਵਾਨ ਇਹੋ ਹੀ ਮੰਨਦੇ, ਕਿਉਂਕਿ ਜਿਹੜੀ ਤੁਝ ਕੇ ਜਹਾਂਗੀਰੀ ਹੈ ਨਾ, ਜਹਾਂਗੀਰ ਦਾ ਲਿਖਿਆ ਹੋਇਆ ਆਪਣਾ ਹੱਥ ਲਿਖਤ ਬਿਆਨ, ਉਹ ਇਹੋ ਹੀ ਕਹਿੰਦਾ ਹੈ ਕਿ ਮੈਂ ਬਹੁਤ ਲੰਮੇ ਸਮੇਂ ਤੋਂ ਚਾਹੁੰਦਾ ਸੀ ਇਹ ਦੁਕਾਨ ਬੰਦ ਕਰਨ। ਇਸ ਲਈ ਹੁਣ ਸਭਾ 'ਚ ਕੀ ਦਿਖਾ ਰਹੇ ਨੇ? ਚੰਦੂ ਉੱਠਿਆ ਤੇ ਬਾਦਸ਼ਾਹ ਦੇ ਕੋਲ ਗਿਆ, ਜਾ ਕੇ ਬਾਦਸ਼ਾਹ ਨੂੰ ਕਹਿੰਦਾ ਤੁਸੀਂ ਮੈਨੂੰ ਹੁਕਮ ਦਿਓ ਤੇ ਮੈਂ ਗੁਰੂ ਅਰਜਨ ਦੇਵ ਸਾਹਿਬ ਨੂੰ ਆਪਣੇ ਘਰੇ ਲੈ ਜਾਵਾਂ, ਇਹਨਾਂ ਦੀ ਘਰੇ ਲਿਜਾ ਕੇ ਮੈਂ ਸੇਵਾ ਕਰ ਸਕਾਂ। ਸਮਝਾਵੋ ਸਭ ਬਾਰਤਾ ਤੁਮਰੀ ਦਿਸ ਤੇ ਹੋਏ। ਤੇ ਬਾਦਸ਼ਾਹ ਸਲਾਮਤ, ਮੈਂ ਤੁਹਾਡੇ ਤਰਫੋਂ ਵੀ ਇਹਨਾਂ ਨੂੰ ਸਮਝਾ ਦੇਵਾਂ, ਤੁਸੀਂ ਚਾਹੁੰਦੇ ਕੀ ਹੋ? ਤੇ ਚਾਹੁੰਦਾ ਤੇ ਬਾਦਸ਼ਾਹ ਇਹੋ ਹੀ ਸੀ ਕਿ ਜੋ ਅਸੀਂ ਕਹਿੰਦੇ ਆ ਉਦਾਂ ਹੀ ਕਰੋ। ਸਭ ਤੋਂ ਪਹਿਲਾਂ ਇਹੋ ਗੱਲ ਬਾਦਸ਼ਾਹ ਵੱਲੋਂ ਸ਼ਰਤ ਰੱਖੀ ਗਈ ਕਿ ਜਿਹੜੀ ਤੁਸੀਂ ਪੁਸਤਕ ਤਿਆਰ ਕੀਤੀ ਹੈ, ਜਿਹਨੂੰ ਧਰਮ ਗ੍ਰੰਥ ਸਾਹਿਬ ਕਹਿੰਦੇ, ਉਹਦੇ ਵਿੱਚ ਕੁਝ ਸ਼ਬਦ ਸਾਡੇ ਵੱਲੋਂ ਲਿਖੇ ਹੋਏ ਪਾ ਦਿਓ। ਤੇ ਬਲਿਹਾਰ ਜਾਈਏ ਗੁਰੂ ਅਰਜਨ ਦੇਵ ਸਾਹਿਬ ਜੀ ਤੋਂ ਨਮਸਕਾਰ ਹੈ। ਜਿਸ ਤਰ੍ਹਾਂ ਮਾਂ ਚਾਹੁੰਦੀ ਹੈ ਨਾ, ਸੁਚੱਜੀ ਮਾਂ, ਕਿ ਮੇਰਾ ਪੁੱਤਰ ਜਿਹੜਾ ਉਹ ਸ਼ੁੱਧ ਆਹਾਰ ਖਾਵੇ। ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣੀ ਸ਼ਹਾਦਤ ਤੱਕ ਤਾਂ ਦਿੱਤੀ ਹੈ, ਪਰ ਇਹ ਬਾਣੀ ਨੂੰ ਅਖੰਡ ਰੱਖਿਆ। ਹਉ ਆਪੋਂ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਮਹਾਰਾਜ ਨੇ ਆਪਣੇ ਤਸੀਹੇ ਤਾਂ ਤਨ ਤੇ ਝੱਲੇ ਨੇ, ਪਰ ਕਿਸੇ ਤਰ੍ਹਾਂ ਇਹਨਾਂ ਦੁਸ਼ਟ ਲੋਕਾਂ ਨਾਲ ਇਹ ਸਮਝੌਤਾ ਹੀ ਨਹੀਂ ਕੀਤਾ। ਨਹੀਂ ਤਾਂ ਬੰਦਾ ਸੋਚਦਾ ਕਿ ਮੈਂ ਆਪਣੀ ਜਾਨ ਬਚਾਵਾਂ, ਜਿਸ ਤਰ੍ਹਾਂ ਉਹ ਕਹਿੰਦਾ ਮੈਂ ਕਰ ਲੈਣਾ, ਚਲੋ ਮੌਕੇ ਨੂੰ ਕਈ ਕਹਿੰਦੇ ਨੇ ਕਿ ਸੰਭਾਲਣਾ ਚਾਹੀਦਾ। ਪਰ ਜਿੱਥੇ ਧਰਮ ਦੀ ਗੱਲ ਆਈ, ਜਿੱਥੇ ਅਸੂਲ ਦੀ ਗੱਲ ਆਈ, ਉੱਥੇ ਕੋਈ ਇਹਨਾਂ ਨਾਲ ਸਮਝੌਤਾ ਨਹੀਂ ਸੀ। ਇਸ ਲਈ ਚੰਦੂ ਨੇ ਉੱਠ ਕੇ ਬਾਦਸ਼ਾਹ ਤੋਂ ਆਗਿਆ ਮੰਗੀ ਹੈ ਕਿ ਮੈਨੂੰ ਤੁਸੀਂ ਆਗਿਆ ਦਿਓ ਗੁਰੂ ਅਰਜਨ ਦੇਵ ਸਾਹਿਬ ਨੂੰ ਘਰੇ ਲਿਜਾਵਾਂ ਤੇ ਤੁਹਾਡੇ ਵੱਲੋਂ ਸਮਝਾ ਦਵਾਂ। ਲਿਆਉਂਦੋ ਲੱਖ ਸੁਖੇ ਨਹੀਂ ਰੱਖੈ ਨਾ ਤਸਕਰ ਕੋਏ। ਮੈਂ 2 ਲੱਖ ਰੁਪਈਆ ਇਹ ਜੁਰਮਾਨਾ ਰੱਖਿਆ ਗਿਆ ਸੀ, ਕੇਵਲ ਇੱਕ ਬਿਉਂਤ ਬਣਾਈ ਸੀ ਕਿ ਬਾਦਸ਼ਾਹ ਤੇਰੇ ਪੁੱਤਰ ਖੁਸਰੋ ਨੂੰ ਇਹਨਾਂ ਨੇ ਪਨਾਹ ਦਿੱਤੀ। 2 ਲੱਖ ਰੁਪਈਆ ਜੁਰਮਾਨਾ ਰੱਖਿਆ ਗਿਆ। ਨਾਲੇ ਮੈਂ ਇਹਨਾਂ ਤੋਂ ਜੁਰਮਾਨਾ ਲਵਾਂ ਤੇ ਕੱਲ ਤੋਂ ਬਾਅਦ ਵਿੱਚ ਆਪਣੇ ਕੋਲ ਚੋਰ ਨਾ ਰੱਖਣ। ਇਹ ਵੀ ਇੱਕ
ਸ਼ਿਕਾਇਤ ਦਰਜ ਕਰਾਈ ਗਈ ਸੀ ਸਭਾ ਦੇ ਵਿੱਚ। ਬਾਦਸ਼ਾਹ ਭਾਵੇਂ ਬਿਉਂ ਤਾਂ ਆਪ ਹੀ ਸਾਰੀ ਘੜੀ ਸੀ ਇਹਨਾਂ ਨੇ ਕਿ ਜੀ ਆਪਣੇ ਪਾਸ ਚੋਰ ਰੱਖਦੇ ਨੇ। ਜਿਸ ਤਰ੍ਹਾਂ ਆਪਾਂ ਅੱਜ ਦੇਖਦੇ ਹਾਂ ਕਈ ਤਰ੍ਹਾਂ ਦੀਆਂ ਦੂਸ਼ਣਬਾਜ਼ੀਆਂ ਜਿਹੜੀਆਂ ਨੇ ਉਹ ਕੌਮੀ ਯੋਧਿਆਂ ਦੇ ਉੱਤੇ ਲਾਈਆਂ ਜਾਂਦੀਆਂ ਨੇ। ਇਹਨਾਂ ਨੇ ਆਹ ਕੀਤਾ, ਇਹਨਾਂ ਨੇ ਉਹ ਕੀਤਾ। ਦਿਖਦਾ ਤੇ ਸਮਾਜ 'ਚ ਸਭ ਕੁਝ ਹੀ ਹੈ ਨਾ, ਲੁਕਿਆ ਤੇ ਕੁਝ ਨਹੀਂ। ਇਸੇ ਤਰ੍ਹਾਂ ਸ਼ੁਰੂ ਤੋਂ ਹਕੂਮਤਾਂ ਇਹ ਚਾਲਾਂ ਚੱਲਦੀਆਂ ਆਈਆਂ। ਇਹ ਵੀ ਇੱਕ ਦੂਸ਼ਣ ਲਾਇਆ ਗਿਆ, ਕਹਿਣ ਲੱਗੇ ਜੀ ਆਪਣੇ ਪਾਸ ਚੋਰ। ਇਹ ਵੀ ਇੱਕ ਦੂਸ਼ਣ ਲਾਇਆ ਗਿਆ, ਕਹਿਣ ਲੱਗੇ ਜੀ ਆਪਣੇ ਪਾਸ ਚੋਰ ਰੱਖਦੇ। ਚੰਦੂ ਕਹਿਣ ਲੱਗਾ ਮੈਨੂੰ ਆਗਿਆ ਦਿਓ ਮੈਂ ਲੈ ਜਾਵਾਂ ਇਹਨਾਂ ਨੂੰ, ਘਰ ਵਿੱਚ ਜਾ ਕੇ ਸਮਝਾਉਂਦਾ ਹਾਂ। ਬਿਨਾਂ ਦੰਡ ਤੇ ਹਟੇ ਨਾ ਹੈ, ਦੇਸ਼ ਨਾ ਹੋਏ ਆਰਾਮ। ਜਿੰਨਾ ਚਿਰ ਆਪਾਂ ਇਹਨਾਂ ਨੂੰ ਦੰਡ ਨਹੀਂ ਲਾਉਂਦੇ, ਭਾਵ ਜੁਰਮਾਨਾ ਨਹੀਂ ਲਾਉਂਦੇ, ਉਹਨਾਂ ਚਿਰ ਇਹ ਹਟਣਗੇ ਨਹੀਂ ਤੇ ਦੇਸ਼ ਦੇ ਵਿੱਚ ਸ਼ਾਂਤੀ ਨਹੀਂ ਹੋਵੇਗੀ। ਕਰੋ ਨਿਆਵ ਇਮਾਨ ਤੁਮ, ਸੁਜਸ ਜਗਤ ਅਬਿਰਾਮ। ਐ ਬਾਦਸ਼ਾਹ ਸਲਾਮਤ, ਤੁਸੀਂ ਨਿਆਂ ਕਰੋ, ਧਰਮ ਦਾ ਨਿਆਂ ਕਰੋ ਤੇ ਜਗਤ ਤੁਹਾਡਾ ਬਹੁਤਾ ਜਸ ਗਾਵੇਗਾ। ਇਹ ਕਾਹਦਾ ਨਿਆਂ ਸੀ ਜੀ? ਸੰਤਾਂ ਨਾਲ ਵੈਰ ਕਮਾਉਂਦੇ, ਦੁਸ਼ਟਾਂ ਨਾਲ ਮੋਹ ਪਿਆਰ। ਹੁਣ ਆਪ ਜੀ ਨੇ ਸ਼ਬਦ ਗਾਇਨ ਕੀਤਾ ਹੈ। ਇਹ ਕਿਸ ਤਰ੍ਹਾਂ ਦਾ ਨਿਆਂ ਕਿ ਜਿਹੜੇ ਅਧਰਮੀ ਲੋਕ ਹੋਣ, ਜਿਹੜਾ ਜ਼ੁਲਮ ਕਰਨ ਵਾਲਾ ਹੋਵੇ ਉਹ ਬਾਹਰ ਘੁੰਮ ਰਿਹਾ ਹੋਵੇ, ਉਹਨੂੰ ਸਿਕਿਉਰਟੀਆਂ ਦਿੱਤੀਆਂ ਹੋਣ, ਉਹਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਹੋਣ, ਤੇ ਜਿਹੜਾ ਧਰਮ ਦੀ ਨਿਆਂ ਦੀ ਗੱਲ ਕਰਨ ਵਾਲਾ ਉਹਨੂੰ ਜੇਲ੍ਹਾਂ 'ਚ ਸੁੱਟਿਆ ਹੋਵੇ, ਉਹ ਜੇਲ੍ਹ ਦੀਆਂ ਸਲਾਖਾਂ 'ਚ ਬੰਦ ਕੀਤਾ ਹੋਵੇ, ਤੇ ਨਿਆਂ ਥੋੜੀ ਹੈ। ਕਹਿਣ ਲੱਗਾ ਬਾਦਸ਼ਾਹ ਤੁਸੀਂ ਧਰਮ ਦਾ ਨਿਆਂ ਕਰੋ, ਲੋਕ ਤੁਹਾਡਾ ਜਸ ਕਰਨਗੇ। ਸਹਿਜਾਦਾ ਰਾਖਿਓ ਨਿਕਟ, ਪਾਏ ਤਿਦਾਰਕ ਸੋਏ। ਇਹਨਾਂ ਨੇ ਤੁਹਾਡੇ ਪੁੱਤਰ ਨੂੰ ਜਿਹੜਾ ਬਾਗੀ ਸੀ ਤੁਹਾਡੇ ਤੋਂ, ਉਹਨੂੰ ਕੋਲ ਰੱਖਿਆ ਹੈ, ਇਸ ਲਈ ਸਜ਼ਾ ਦੇ ਹੱਕਦਾਰ ਹਨ। ਨਹਿ ਬਿਜਾਏ ਬਹੁਰੋ ਕਰੈ, ਉਰ ਦੀਰਘ ਡਰ ਹੋਏ। ਤੇ ਬਾਅਦ ਵਿੱਚ ਇਸ ਤਰ੍ਹਾਂ ਦਾ ਕੰਮ ਕਰਨਗੇ ਨਹੀਂ, ਤੁਹਾਡਾ ਡਰ ਆਪਣੇ ਮਨ 'ਚ ਰੱਖਣਗੇ। ਤੁਮ ਕੋ ਦੋਸ਼ ਨਾ ਹੋਏ ਕੁਛ, ਮੈਂ ਲੇਵੋਂ 2 ਲੱਖ। ਤੁਹਾਡੇ ਸਿਰ ਕਿਹੜਾ ਦੋਸ਼ ਲੱਗਣਾ ਹੈ? ਮੈਂ ਇਹਨਾਂ ਨੂੰ ਲੈ ਜਾਣਾ ਆਪਣੇ ਘਰੇ ਤੇ 2 ਲੱਖ ਰੁਪਈਆ ਜੁਰਮਾਨਾ ਲਾਂਗਾ। ਅਸਲ ਵਿੱਚ ਜਦੋਂ ਬੰਦਾ ਪਾਪ ਕਰਦਾ ਸੋਚਦਾ ਉਹ ਇਹੋ ਹੀ ਹੈ ਕਿ ਮੇਰਾ ਕਿਹੜਾ ਨਾਂ ਲੱਗਣਾ, ਮੈਂ ਤਾਂ ਬਰੀ ਹੋ ਜਾਣਾ। ਪਰ ਇਤਿਹਾਸ ਦੇ ਪੰਨੇ ਤੁਹਾਡੇ ਸਾਹਮਣੇ ਨੇ, ਤਵਾਰੀਖ ਦੇ, ਜਿਹਨੇ ਜੋ ਕੀਤਾ ਹੈ ਨਾ। ਇੱਕ ਤਾਂ ਚਲੋ ਦਰਗਾਹ ਦੇ ਵਿੱਚ ਜੋ ਬੰਦਾ ਕਰਮ ਕਰਕੇ ਜਾਂਦਾ ਹੈ, ਚਿੱਤਰਗੁਪਤ, ਉਹ ਤਾਂ ਭਗਤ ਜੀ ਨੇ ਜ਼ਿਕਰ ਕੀਤਾ ਹੀ ਹੈ ਨਾ ਕਿ ਉਹ ਦੋਵੇਂ ਜਿਹੜਾ ਹੈ ਘਰੀ ਘਰੀ ਕਾ ਲੇਖਾ ਮੰਗ, ਕਾਇਥ ਚੇਤੂ ਨਾਉ। ਕਾਇਥ ਚੇਤੂ ਨਾਉ ਜਿਨ੍ਹਾਂ ਦਾ ਨਾਮ ਭਗਤ ਜੀ ਕਹਿੰਦੇ ਚਿੱਤਰਗੁਪਤ। ਇਹ ਤਾਂ ਚਲੋ ਦਰਗਾਹ ਦੀ ਗੱਲ ਹੈ, ਪਰ ਜੋ ਜਿਸ ਨੇ ਕੀਤਾ ਹੈ ਸਮਾਜ ਵਿੱਚ ਆ ਕੇ, ਉਹ ਸਭ ਪੰਨਿਆਂ ਦੇ ਉੱਤੇ ਲਿਖਿਆ ਹੋਇਆ। ਸ਼ੇਰੇ ਪੰਜਾਬ ਨੇ ਧਰਮੀਆਂ ਵਾਲਾ ਰਾਜ ਕੀਤਾ, ਉਹ ਸੁਨਹਿਰੀ ਅੱਖਰਾਂ ਦੇ ਵਿੱਚ ਉਕਰਿਆ ਹੋਇਆ। ਜਿਹਨੇ ਜੋ ਕਰਮ ਕੀਤੇ ਨੇ ਉਹਦੇ ਸਾਹਮਣੇ ਉਕਰੇ ਪਏ ਨੇ। ਦਾਨੇ ਕਹਿੰਦੇ ਨੇ ਕਿ ਜੇ ਕਿਸੇ ਨੂੰ ਵੇਖਣਾ ਹੋਵੇ ਨਾ ਕਿ ਪਰਲੋਕ 'ਚ ਉਹਦਾ ਕੀ ਹਾਲ ਹੋਣਾ ਹੈ, ਉਹ ਲੋਕ 'ਚ ਹੀ ਦਿਖ ਜਾਂਦਾ ਹੈ। ਇਹ ਸੱਚ ਹੈ। ਉਹ ਲੋਕ 'ਚ ਜੇ ਲਾਹਨਤਾਂ ਪੈਣ ਲੱਗ ਪੈਣ ਤੇ ਫਿਰ ਪਰਲੋਕ ਵੀ ਉਸ ਤਰ੍ਹਾਂ ਦਾ ਹੀ ਹੋਵੇਗਾ। ਤੇ ਜੇ ਲੋਕ ਦੇ ਵਿੱਚ ਜਸ ਹੋ ਰਿਹਾ ਉਹਦਾ, ਸਾਰੇ ਵਾਹ ਕਰ ਰਹੇ ਨੇ ਕਿ ਇਸ ਤਰ੍ਹਾਂ ਇਹ ਧਰਮੀ ਰਾਜਾ ਜਿਹੜਾ ਇਹ ਹੋਣਾ ਚਾਹੀਦਾ ਹੈ, ਇਹ ਧਰਮੀ ਬੰਦਾ, ਇਹਨੂੰ ਹੋਰ ਸਮਾਂ ਮਿਲਣਾ ਚਾਹੀਦਾ ਹੈ, ਤੇ ਫਿਰ ਪਰਲੋਕ 'ਚ ਵੀ ਉਹਦਾ ਮੁੱਖ ਉਜਲਾ ਹੀ ਹੈ। ਇਹ ਕਹਿਣ ਲੱਗਾ ਬਾਦਸ਼ਾਹ ਸਲਾਮਤ, ਤੁਹਾਡੇ ਸਿਰ ਕਿਹੜਾ ਦੋਸ਼ ਲੱਗਣਾ ਹੈ? ਤੁਸੀਂ ਹੁਕਮ ਦਿਓ ਤੇ ਮੈਂ ਗੁਰੂ ਸਾਹਿਬ ਨੂੰ ਆਪਣੇ ਘਰੇ ਲੈ ਜਾਵਾਂ। ਕਰੋ ਖਜ਼ਾਨੇ ਦਾਖਲੀ, 3-4 ਦਿਨ ਰਾਖ। ਮੈਂ ਇਹਨਾਂ ਕੋਲੋਂ ਪੈਸੇ ਲਵਾਂਗਾ, ਆਪਣੇ ਕੋਲ 3-4 ਦਿਨ ਰੱਖ ਕੇ। ਅਬ ਨਾ ਬਨੇ ਕਸ਼ਮੀਰ ਕੋ, ਰਾਵਰ ਕਰਨ ਭਿਆਨ। ਹੁਣ ਤੁਹਾਨੂੰ ਵੀ ਕਸ਼ਮੀਰ ਜਾਣਾ ਨਹੀਂ ਬਣਦਾ। ਮਰਜੀ ਔਰ ਦਿੱਲੀ ਚਲੋ, ਮਾਨ ਬਿਨੋਦ ਮਹਾਨ। ਜੇ ਤੁਹਾਡੇ ਮਨ ਦੀ ਮਰਜ਼ੀ ਹੈ ਤੇ ਤੁਸੀਂ ਦਿੱਲੀ ਨੂੰ ਚਲੇ ਜਾਓ, ਉੱਥੇ ਜਾ ਕੇ ਆਨੰਦ ਲਓ। ਪਰ ਜ਼ਿਆਦਾਤਰ ਵਿਦਵਾਨਾਂ ਦਾ ਇਹ ਮੰਨਣਾ ਹੈ ਕਿ ਗੁਰੂ ਸਾਹਿਬ ਜੀ ਨੂੰ ਸ਼ਹੀਦੀ ਕਿਸ ਤਰ੍ਹਾਂ ਸ਼ਹੀਦ ਕਰਨਾ ਹੈ, ਕਿਸ ਤਰ੍ਹਾਂ ਸ਼ਰਤਾਂ ਮਨਾਉਣੀਆਂ, ਇਹ ਸਾਰੀ ਗੱਲਬਾਤ ਚੰਦੂ ਨੂੰ ਸਮਝਾ ਕੇ ਬਾਦਸ਼ਾਹ ਕਸ਼ਮੀਰ ਨੂੰ ਚਲਾ ਗਿਆ। ਠੰਡੀ ਵਾਦੀਆਂ, ਕਿਉਂਕਿ ਗਰਮੀ ਦੀ ਰੁੱਤ ਸੀ ਤੇ ਅਕਸਰ ਹੀ ਵੱਡੇ ਲੋਕ ਗਰਮੀ ਤੋਂ ਰਾਹਤ ਪਾਉਣ ਵਾਸਤੇ, ਠੰਡੀ ਰੁੱਤ ਦਾ ਆਨੰਦ ਲੈਣ ਵਾਸਤੇ ਪਹਾੜਾਂ ਦੀ ਸੈਰ ਕਰਦੇ। ਇਸ ਲਈ ਬਾਦਸ਼ਾਹ ਕਸ਼ਮੀਰ ਨੂੰ ਜਾਂਦਾ। ਕਹਿਣ ਲੱਗਾ ਤੁਹਾਡੀ ਮਰਜ਼ੀ, ਭਾਵੇਂ ਤੁਸੀਂ ਕਸ਼ਮੀਰ ਨੂੰ ਜਾਓ, ਭਾਵੇਂ ਦਿੱਲੀ ਜਾ ਕੇ ਆਨੰਦ ਲਓ। ਆਪ ਕਰੋ ਅਬ ਕੂਚ ਕੋ, ਪਾਸ਼ੇ ਲੈ ਤਨ ਸੋਏ। ਤੁਸੀਂ ਇੱਥੋਂ ਹੁਣ ਚਲੇ ਜਾਓ, ਤੁਹਾਡੇ ਤੋਂ ਪਿੱਛੋਂ ਹੁਣ ਮੈਂ ਇਹਨਾਂ ਤੋਂ ਪੈਸੇ ਲੈ ਲਵਾਂਗਾ। ਕਰਹਿ ਸਪਰਸ਼ ਕਬਹੂ ਕੋ, ਨਹਿ ਸੁਨੀਐ ਤਿਸ ਜੋਏ। ਕੋਈ ਤੁਹਾਡੇ ਕੋਲ ਆ ਕੇ ਇਹਨਾਂ ਦੀ ਸਿਫਾਰਿਸ਼ ਕਰੇ ਤੇ ਤੁਸੀਂ ਉਹਦੀ ਨਾ ਸੁਣਿਓ। ਜਿਸ ਤਰ੍ਹਾਂ ਅੱਜ ਧਰਮੀ ਲੋਕਾਂ ਦਾ ਪੱਖ ਲੈਣ ਵਾਸਤੇ ਕੁਝ ਲੋਕ ਖੜੇ ਹੁੰਦੇ ਨੇ, ਤੇ ਪਰ ਜਿਨ੍ਹਾਂ ਦੇ ਸਿਰ ਹਕੂਮਤ ਦਾ ਨਸ਼ਾ ਹੈ ਉਹ ਕਿੱਥੇ ਸੁਣਦੇ ਨੇ ਜੀ। ਕਹਿਣ ਲੱਗਾ ਕੋਈ ਇਹਨਾਂ ਦੀ ਸਿਫਾਰਿਸ਼ ਕਰੇ ਤੁਸੀਂ ਬਿਲਕੁਲ ਨਹੀਂ ਸੁਣਨੀ। ਹਾਂ ਕਹਿਵਾਈ ਸ਼ਾਹ ਤੇ, ਨਿਕਸਿਓ ਤਤ ਛਿਨਿਆਏ। ਇਸ ਤਰ੍ਹਾਂ ਬਾਦਸ਼ਾਹ ਤੋਂ ਆਗਿਆ ਲਈ ਹੈ ਤੇ ਚੰਦੂ ਛੇਤੀ ਨਾਲ ਉੱਥੋਂ ਨਿਕਲਿਆ ਹੈ। ਕਰੇ ਸਿਪਾਹੀ ਸੰਗ ਗੁਰ, ਨਿਜ ਡੇਰੇ ਕਹੁ ਲਿਆਏ। ਇਹਨੇ ਫਿਰ ਚੰਦੂ ਨੇ
ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਕਰੇ ਸਿਪਾਹੀ ਸੰਗ ਗੁਰ। ਗੁਰੂ ਅਰਜਨ ਦੇਵ ਸਾਹਿਬ ਨਾਲ ਸਿਪਾਹੀ ਜਿਹੜੇ ਸਨ ਖੜੇ ਕਰ ਦਿੱਤੇ ਤੇ ਗੁਰੂ ਸਾਹਿਬ ਨੂੰ ਆਪਣੀ ਹਵੇਲੀ ਵੱਲ ਲੈ ਆਇਆ। ਪੰਜ ਸਿੱਖ ਡਿਓ ਗਈ ਵਿਖੇ ਕਰ ਕੈ ਕੈਦ ਬਿਠਾਏ। ਗੁਰੂ ਸਾਹਿਬ ਜੀ ਨੂੰ ਅੰਦਰ ਲੈ ਗਿਆ ਤੇ ਪੰਜ ਸਿੱਖ ਜਿਹੜੇ ਨਾਲ ਸਨ, ਭਾਈ ਜੇਠਾ ਜੀ, ਭਾਈ ਲੰਗਾਹ ਜੀ, ਭਾਈ ਪਿਰਾਣਾ ਜੀ, ਭਾਈ ਕਲਿਆਣਾ ਜੀ, ਭਾਈ ਵਿਧੀਆ ਜੀ, ਬਾਬਾ ਵਿਧੀ ਚੰਦ ਸਾਹਿਬ, ਇਹ ਪੰਜੇ ਸਿੱਖ ਨਾਲ ਸਨ। ਇਹਨਾਂ ਨੂੰ ਬਾਹਰ ਡਿਊਟੀ ਦੇ ਵਿੱਚ ਰੱਖ ਦਿੱਤਾ। ਅੰਤਰ ਗੁਰੂ ਅਤਾਰ ਕੈ ਕਹਿ ਕਹਾਰ ਨਿਕਸਾਏ। ਇਹਨਾਂ ਨੂੰ ਬਾਹਰ ਜਿਹੜਾ ਸੀ ਲਿਆ ਕੇ ਸਿੱਖਾਂ ਨੂੰ ਬਾਹਰ ਰੱਖਿਆ ਪੰਜਾਂ ਨੂੰ, ਤੇ ਗੁਰੂ ਸਾਹਿਬ ਜੀ ਨੂੰ ਅੰਦਰ ਰੱਖ ਕੇ ਜਿਹੜੇ ਕਹਾਰ ਪਾਲਕੀ ਚੁੱਕ ਕੇ ਲਿਆਏ ਸਨ ਉਹਨਾਂ ਨੂੰ ਬਾਹਰ ਕੱਢ ਦਿੱਤਾ। ਤਿਮਰ ਭਏ ਕਰ ਲੈ ਬਰਿਓ ਡੇਰਾ ਦਿਓ ਕਰਾਏ। ਜਦੋਂ ਹਨੇਰਾ ਹੋਇਆ ਆਪਣੇ ਘਰ ਅੰਦਰ ਗਿਆ, ਤਿਮਰ ਭਏ ਘਰ ਲੈ ਬਰਿਓ ਡੇਰਾ ਦੀਏ ਕਰਾਏ, ਤੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਉੱਥੇ ਹਵੇਲੀ 'ਚ ਹੀ ਰੱਖਿਆ। ਬ੍ਰਿੰਦ ਸਿਪਾਹੀ ਦ੍ਰਿੜ ਕਰੇ ਸਾਵਧਾਨ ਹਰ ਖਾਏ। ਜਿਹੜੇ ਸਿਪਾਹੀ ਸਨ ਉਹਨਾਂ ਨੂੰ ਜਿਹੜਾ ਸੀ ਤਕੜਾਈ ਕਰਾ ਦਿੱਤੀ। ਆਪ ਘਰ ਦੇ ਵਿੱਚ ਆ ਕੇ ਬੜਾ ਪ੍ਰਸੰਨ ਹੋਇਆ। ਨਿਸਬਾਸਰ ਠਾਂਡੇ ਰਹੋ ਗਹੇ ਹੱਥ ਅਸ ਢਾਲ। ਸਿਪਾਹੀਆਂ ਨੂੰ ਕਹਿਣ ਲੱਗਾ ਆਪਣੇ ਹੱਥ ਵਿੱਚ ਕਿਰਪਾਨ ਤੇ ਢਾਲ ਰੱਖੋ, ਇਹਨਾਂ ਤੇ ਤਕੜਾਈ ਰੱਖਣੀ ਹੈ, ਪਹਿਰਾ ਰੱਖਣਾ ਹੈ, ਸੁਚੇਤ ਹੋ ਕੇ ਰਹਿਣਾ ਹੈ। ਨਿਕਟ ਨ ਆਵਨ ਦੇਹੋ ਕਿਸ ਭੀਰ ਕਿਵਾਰ ਵਿਸਾਲ। ਦਰਵਾਜ਼ੇ ਬੰਦ ਰੱਖਣੇ ਨੇ, ਕਿਸੇ ਨੂੰ ਵੀ ਇਹਨਾਂ ਦੇ ਕੋਲ ਨਹੀਂ ਆਉਣ ਦੇਣਾ। ਮਨ ਪਾਵਤ ਮੇਰੀ ਪਈ ਹਰਖਿਓ ਮੂੰਡ ਵਿਸਾਲ। ਵੱਡਾ ਮੂਰਖ ਬੜਾ ਖੁਸ਼ ਹੋਇਆ, ਕਹਿੰਦਾ ਮੇਰੀ ਮਨ ਭਾਉਂਦੀ ਗੱਲ ਬਣੀ ਹੈ। ਸੁਪਤਿਓ ਖਾਤਰ ਜਮਾ ਕਰ ਠਾਂਡੇ ਨਰ ਜਾਲ। ਉਸ ਵੇਲੇ ਆਪ ਘਰੇ ਸੌਂ ਗਿਆ। ਗੁਰੂ ਸਾਹਿਬ ਜੀ ਨੂੰ ਕੈਦ ਵਿੱਚ ਰੱਖਿਆ ਹੈ। ਜਿਹੜੇ ਸਿਪਾਹੀ ਸਨ ਉਹ ਬਾਹਰ ਪਹਿਰੇ ਤੇ ਖੜੇ ਹੋ ਗਏ ਹਨ। ਦੋਹਰਾ ਨਿਸਾਬਿਤੀ ਪੁਨ ਭਰਾਤ ਪੀ ਸ਼ਾਹੂ ਬਾਗ ਕਹਿ ਦੀਨ। ਜਦੋਂ ਰਾਤ ਬਤੀਤ ਹੋਈ ਹੈ ਤੇ ਜਿਹੜਾ ਜਹਾਂਗੀਰ ਸੀ ਉਹਨੇ ਆਪਣੇ ਸਿਪਾਹੀਆਂ ਨੂੰ ਕਿਹਾ, ਬਜੇ ਨਗਾਰੇ ਕੂਚ ਕੇ ਸੁਧ ਸਭ ਹੂੰ ਸੁਨ ਲੀਨ। ਚੱਲਣ ਦੀ ਤਿਆਰੀ ਕੀਤੀ, ਨਗਾਰੇ ਵੱਜੇ ਨੇ ਤੇ ਇਹ ਖਬਰ ਸਾਰੇ ਸਿਪਾਹੀਆਂ ਨੂੰ ਮਿਲੀ ਹੈ। ਚਾਉ ਪਈ ਹਜਰਤ ਜਬ ਤਿਆਰ ਹੋਏ ਗਇਓ। ਜਦੋਂ ਬਾਦਸ਼ਾਹ ਚੱਲਣ ਵਾਸਤੇ ਤਿਆਰ ਹੋਇਆ, ਚੰਦੂ ਅਗੀ ਮੇਲ ਤਬ ਕੀਓ। ਇਹ ਜਿਹੜਾ ਚੰਦੂ ਪਾਪੀ ਸੀ ਇਹ ਫਿਰ ਜਾ ਕੇ ਰਾਤ ਗੁਰੂ ਸਾਹਿਬ ਨੂੰ ਘਰੇ ਲੈ ਆਇਆ ਆਪਣੀ ਹਵੇਲੀ 'ਚ। ਸਵੇਰ ਹੋਈ ਹੈ, ਬਾਦਸ਼ਾਹ ਦੇ ਕੋਲ ਗਿਆ ਹੈ। ਸੋ ਉਸ ਵੇਲੇ ਇਹ ਜਿਹੜਾ ਚੰਦੂ ਸੀ ਪਾਪੀ ਤੇ ਬਾਦਸ਼ਾਹ ਦੇ ਕੋਲ ਚੱਲ ਕੇ ਗਿਆ ਹੈ। ਦੇਹੋ ਪ੍ਰਵਾਨਗੀ ਮੁਝ ਕੋ ਆਪੂ ਦਿਨ ਤੇਰਾ ਮਹਿਲਕਾਰ। ਕਹਿਣ ਲੱਗਾ ਦੇਹੋ ਪ੍ਰਵਾਨਗੀ ਮੁਝ ਕੋ, ਮੈਨੂੰ ਪ੍ਰਵਾਨਗੀ ਦਿਓ ਤੇ ਮੈਂ ਆਪ ਜੀ ਦਾ ਜਿਹੜਾ ਕਿਹਾ ਹੋਇਆ ਬਚਨ ਮੰਨ ਸਕਾਂ। ਦਿਨ ਚਾਰ ਕਹਿ ਮਹਿ ਰਵੋ ਮਿਲਾਪੂ। ਦਿਨ ਚਾਰਕ ਮਹਿ ਕਰ ਵਲਾਪੂ। ਹਾਂ, ਦੇਹੋ ਪ੍ਰਵਾਨਗੀ ਮੁਝ ਕੋ ਆਪੂ, ਮੈਨੂੰ ਪ੍ਰਵਾਨਗੀ ਦਿਓ 4 ਦਿਨ ਮੈਂ ਗੁਰੂ ਸਾਹਿਬ ਨੂੰ ਆਪਣੇ ਕੋਲ ਰੱਖਾਂ। ਕਛੂ ਮਾਮਲੇ ਕੀ ਰਹਿਕਾਰ। ਕਹਿਣ ਲੱਗਾ 4 ਦਿਨ ਮੈਂ ਇੱਥੇ ਰਹਿਣਾ ਚਾਹੁੰਦਾ, ਕੁਝ ਮਾਮਲੇ ਦਾ ਜਿਹੜਾ ਹਿਸਾਬ ਕਿਤਾਬ ਕਰਨਾ ਹੈ। ਇੱਕ ਸੰਮਤ ਕੀ ਕਰਨ ਸੰਭਾਰ। 1 ਸਾਲ ਦੀ ਜਿਹੜੀ ਸਾਰੀ ਹੈ ਉਹ ਸੰਭਾਲ ਕਰਨੀ ਹੈ। ਨਵੀਂ ਸਿੰਧ ਲਾਗੈ ਸਮੁਦਾਏ। ਜਿਹੜੇ ਮੁੰਸ਼ੀ ਹਨ ਉਹ ਇੱਥੇ ਸਾਂਭ ਸੰਭਾਲ ਵਾਸਤੇ ਲੱਗਣਗੇ। ਜਮਾ ਖਰਚ ਕੋ ਸਭ ਸਮਝਾਏ। ਜਮਾ ਅਤੇ ਖਰਚ ਕਿੰਨਾ ਹੋਇਆ ਹੈ, ਕਿੰਨਾ ਖਜ਼ਾਨੇ ਵਿੱਚ ਜਮਾ ਕੀਤਾ ਹੈ ਪੈਸਾ, ਉਹ ਸਾਰੀ ਗੱਲ ਇੱਥੇ ਸਮਝਾਵਾਂਗੇ। ਕਰ ਫਰੇਬ ਕੋ ਸ਼ੋਰਿਓ ਸਾਥ। ਇਸ ਤਰ੍ਹਾਂ ਚੰਦੂ ਨੇ ਫਰੇਬ ਕੀਤਾ, ਵੱਡਾ ਧੋਖਾ ਕੀਤਾ ਤੇ ਬਾਦਸ਼ਾਹ ਦਾ ਸਾਥ ਛੱਡ ਦਿੱਤਾ। ਜਹਾਂਗੀਰ ਨੂੰ ਕਿਹਾ ਤੁਸੀਂ ਚੱਲੋ, 3-4 ਦਿਨਾਂ ਬਾਅਦ ਮੈਂ ਆਵਾਂਗਾ, ਕਿਉਂਕਿ 1 ਸਾਲ ਪੁਰਾਣਾ ਇੱਥੇ ਹਿਸਾਬ ਕਿਤਾਬ ਰਹਿੰਦਾ ਹੈ। ਮੁੰਸ਼ੀ ਲਾਏ ਹੋਏ ਨੇ, ਕਿੰਨਾ ਜਿਹੜਾ ਹੈ ਉਹ ਖਰਚਾ ਹੋਇਆ, ਕਿੰਨਾ ਪੈਸਾ ਬਚਿਆ ਉਹ ਖਜ਼ਾਨੇ ਵਿੱਚ ਜਮਾ ਕਰਨਾ ਹੈ। ਮੈਂ ਸਾਰਾ ਹਿਸਾਬ ਕਿਤਾਬ ਕਰਾ ਕੇ ਆਵਾਂਗਾ। ਸ਼ਾਹੂ ਨ ਚਿਤਵੇ ਪੁਨ ਗੁਰ ਗਾਥ। ਫਿਰ ਬਾਦਸ਼ਾਹ ਨੇ ਗੁਰੂ ਸਾਹਿਬ ਜੀ ਵੱਲ ਧਿਆਨ ਨਹੀਂ ਦਿੱਤਾ। ਬਹੁ ਧੰਦੇ ਗਨ ਭੋਗਨ ਵਿਸੈ। ਕਿਉਂ ਨਹੀਂ ਧਿਆਨ ਦਿੱਤਾ? ਕਿਉਂਕਿ ਅਕਸਰ ਹੀ ਜਦੋਂ ਬੰਦਾ ਸੁੱਖ ਸਹੂਲਤਾਂ ਉਹਨੂੰ ਸਾਰੀਆਂ ਮਿਲ ਜਾਂਦੀਆਂ ਨੇ, ਫਿਰ ਉਹਨੂੰ ਪ੍ਰਮਾਤਮਾ ਦੇ ਘਰ ਦੀ ਖਬਰ ਸੁੱਧ ਭੁੱਲ ਜਾਂਦੀ। ਇਸ ਲਈ ਗੁਰੂ ਸਾਹਿਬ ਨੇ ਸਾਨੂੰ ਬਚਨ ਦ੍ਰਿੜ ਕਰਵਾਏ ਨੇ, ਦੁੱਖ ਦਾਰੂ ਸੁਖ ਰੋਗ ਭਇਆ। ਜਦੋਂ ਬੰਦਾ ਕਿਸੇ ਅਹੁਦੇ ਤੇ ਪਹੁੰਚਦਾ ਹੈ, ਬਹੁਤਾ ਧਨ ਦੌਲਤ ਉਹਨੂੰ ਮਿਲ ਜਾਂਦੀ ਹੈ, ਤੇ ਫਿਰ ਸਿਰ ਦੇ ਉੱਤੇ ਮਾਇਆ ਦਾ ਨਸ਼ਾ ਹੋਣ ਕਰਕੇ ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਘਚੋਲਾ, ਉਹ ਕਿਸੇ ਦੀ ਸੁਣਨ ਨੂੰ ਤਿਆਰ ਹੀ ਨਹੀਂ ਹੁੰਦਾ। ਇਸ ਲਈ ਜਹਾਂਗੀਰ ਨੇ ਗੁਰੂ ਸਾਹਿਬ ਵੱਲੋਂ ਧਿਆਨ ਹਟਾ ਲਿਆ।
ਕਵੀ ਜੀ ਕਹਿੰਦੇ ਕਾਰਨ ਕੀ ਸੀ? ਕਿਉਂਕਿ ਐਸ਼ੋ ਇਸ਼ਰਤ ਦੇ ਵਿੱਚ, ਆਪਣੇ ਰਾਜ ਭਾਗ ਦੇ ਸੁੱਖਾਂ ਦੇ ਵਿੱਚ ਹੀ, ਵਿਸ਼ਿਆਂ ਵਕਾਰਾਂ ਦੇ ਵਿੱਚ ਇਸ ਦੀ ਬਿਰਤੀ ਫਸੀ ਸੀ। ਬਾਹੁਰ ਚੱਲਿਓ ਛੱਡ ਕਿਆ ਸੁਧ ਤਿਸੈ। ਫਿਰ ਬਾਦਸ਼ਾਹ ਜਿਹੜਾ ਸੀ ਉਹ ਬਹੁਰ ਚੱਲਿਓ ਚੜ ਕਿਆ ਸੁਧ ਤਿਸੈ, ਕਹਿਣ ਲੱਗੇ ਆਪਣੀ ਪਾਲਕੀ ਤੇ ਬੈਠ ਕੇ ਚੱਲ ਪਿਆ। ਫਿਰ ਇਹਨੂੰ ਬਾਅਦ ਵਿੱਚ ਕੀ ਖਬਰ ਹੋਣੀ ਸੀ? ਪੂਰਬ ਭੀ ਕਬ ਗੁਰੂ ਪ੍ਰਸੰਗ। ਜਿਨਨੇ ਕਦੇ ਪਹਿਲਾਂ ਵੀ ਗੁਰੂ ਸਾਹਿਬ ਜੀ ਦਾ ਪ੍ਰਸੰਗ ਨਹੀਂ ਸੀ ਸੁਣਿਆ। ਕੋਈ ਨਾ ਕਰਤ ਸ਼ਾਹੂ ਕੇ ਸੰਗ। ਬਾਦਸ਼ਾਹ ਦੇ ਕੋਲ ਕੋਈ ਵੀ ਗੁਰੂ ਸਾਹਿਬ ਦੀ ਗੱਲ ਨਹੀਂ ਸੀ ਕਰਦਾ। ਸਿਮਰਤ ਵੈਸ ਕੋ ਦੁਸ਼ਟ ਚਲਾਵੈ। ਬਸ ਜਿਹੜੇ ਦੁਸ਼ਟ ਸਨ ਇਹ ਸਾਰੀ ਚੌਂਕੜੀ ਮਿਲ ਕੇ ਬਾਦਸ਼ਾਹ ਦੇ ਕੋਲ ਗੁਰੂ ਸਾਹਿਬ ਜੀ ਦੀਆਂ ਚੁਗਲੀਆਂ ਕਰਦੇ ਸਨ ਕਿ ਆਪਣੇ ਕੋਲ ਚੋਰ ਰੱਖਦੇ ਨੇ ਤੇ ਸੁਲਭੀ ਚੰਦ ਬਤਾਵੇ। ਸੁਲੀ ਖਾਂ, ਸੁਲਭੀ ਖਾਂ ਅਤੇ ਚੰਦੂ, ਇਹ ਦੁਸ਼ਟ ਚੌਂਕੜੀ ਮਿਲ ਕੇ ਬਾਦਸ਼ਾਹ ਦੇ ਕੰਨ ਹੀ ਭਰਦੀ ਸੀ। ਲੈਣਾ ਦੇਣਾ ਕਿਹ ਸੰਗ ਕੋਏ ਨਾ। ਇਹ ਬਾਦਸ਼ਾਹ ਦਾ ਕਿਸੇ ਨਾਲ ਗੁਰੂ ਘਰ ਦੇ ਵਿੱਚ ਲੈਣ ਦੇਣ ਨਹੀਂ ਸੀ। ਧਨ ਹੰਕਾਰੀ ਜਾਣੈ ਸੋਏ ਨਾ। ਹਾਂ, ਇਹ ਧਨ ਦੇ ਹੰਕਾਰੀ ਸਨ। ਚੰਦੂ, ਸੁਲਭੀ, ਸੁਲਹੀ ਖਾਂ, ਇਹ ਕੇਵਲ ਤਾਂ ਕੇਵਲ ਧਨ ਖਾਤਰ ਹੀ ਕਰਦੇ ਸਨ, ਜਿਸ ਤਰ੍ਹਾਂ ਚੰਦੂ ਇਹਨਾਂ ਨੂੰ ਕਹਿੰਦਾ ਸੀ। ਅਹੈ ਤੁਰਕ ਪੁਨ ਗ੍ਰਸੈ ਬਿਕਾਰਾ। ਫਿਰ ਇਹ ਤੁਰਕ ਵਿਕਾਰਾਂ ਦੇ ਵਿੱਚ ਗ੍ਰਸੇ ਹੋਏ ਸਨ। ਕਹਾਂ ਚ ਨਾਰੀ ਗੁਰੂ ਉਦਾਰਾ। ਇਹਨਾਂ ਨੂੰ ਵੱਡੇ ਗੁਰੂ ਸਾਹਿਬ ਦੀ ਕੀ ਪਛਾਣ ਹੈ? ਜਿਨ੍ਹਾਂ ਦੀ ਬੁੱਧੀ ਵਿਕਾਰਾਂ ਦੇ ਵਿੱਚ ਫਸੀ ਹੋਵੇ ਉਹ ਅਕਾਲ ਪੁਰਖ ਦੀ ਗੱਲ ਨੂੰ ਕੀ ਸਮਝਣਗੇ, ਗੁਰੂ ਦੇ ਦਰ ਨੂੰ ਕੀ ਸਮਝਣਗੇ। ਨਹਿ ਪ੍ਰਸੰਗ ਚੱਲ ਮਿਲੈ ਪਿਸ਼ਾਰੀ। ਫਿਰ ਬਾਦਸ਼ਾਹ ਦੇ ਕੋਲ ਕਿਸੇ ਨੇ ਵੀ ਗੁਰੂ ਸਾਹਿਬ ਦੀ ਗੱਲ ਨਹੀਂ ਚਲਾਈ। ਬਰਜ ਦੀਏ ਚੰਦੂ ਦੁਰਚਾਰੀ। ਖੋਟੀ ਬੁੱਧੀ ਵਾਲੇ ਚੰਦੂ ਨੇ ਸਾਰਿਆਂ ਨੂੰ ਵਰਜ ਦਿੱਤਾ, ਰੋਕ ਦਿੱਤਾ। ਗਮਨਤ ਮਿਲਿਓ ਸਕਲ ਕੋ ਜਾਏ। ਜਦੋਂ ਬਾਦਸ਼ਾਹ ਦੀ ਸਵਾਰੀ ਚੱਲੀ ਹੈ, ਚੰਦੂ ਜਾ ਕੇ ਇਹਨਾਂ ਨੂੰ ਮਿਲਿਆ ਹੈ। ਜੇ ਹਜੂਰ ਗੁਰਗਾਥ ਚਲਾਏ। ਤੇ ਉਹ ਜਿਹੜੇ ਬਾਦਸ਼ਾਹ ਦੇ ਨਿਕਟਵਰਤੀ ਸਨ ਉਹਨਾਂ ਨੂੰ ਜਾ ਕੇ ਸਮਝਾ ਦਿੱਤਾ। ਬੁੱਧ ਬਲ ਤੇ ਬਰ ਜੋਤਿ ਰੋਕ। ਜਾ ਕਰਕੇ ਬੁੱਧੀ ਦੇ ਨਾਲ, ਬਲ ਦੇ ਨਾਲ ਉਹਨਾਂ ਨੂੰ ਰੋਕ ਦਿੱਤਾ ਕਿ ਕੋਈ ਵੀ ਬਾਦਸ਼ਾਹ ਦੇ ਕੋਲ ਗੁਰੂ ਸਾਹਿਬ ਦੀ ਗੱਲ ਨਾ ਕਰੇ। ਕਿਆ ਤਿਨ ਗਾਥ ਫਕੀਰ ਜੇ ਲੋਕ। ਇਹ ਕਹਿਣ ਲੱਗਾ ਇਹ ਫਕੀਰ ਲੋਕ ਨੇ, ਇਹਨਾਂ ਨੇ ਤੁਹਾਨੂੰ ਕੀ ਦੇਣਾ? ਦੇਣਾ ਤੇ ਮੈਂ ਹੀ ਹਾਂ, ਮੈਂ ਬਾਦਸ਼ਾਹ ਦਾ ਵਜ਼ੀਰ ਹਾਂ। ਇਸ ਤਰ੍ਹਾਂ ਇਹਨੇ ਆਪਣੀ ਬੁੱਧੀ ਦੇ ਨਾਲ, ਬਲ ਦੇ ਨਾਲ ਸਾਰਿਆਂ ਨੂੰ ਵਰਜ ਦਿੱਤਾ। ਰਹੋ ਪਛਾਰੀ ਤੁਮ ਪਰਵਾਸੇ। ਕਹਿਣ ਲੱਗਾ ਕਿ ਮੈਂ ਤੁਹਾਡੇ ਕੋਲ ਰਹਿਣਾ, ਮੇਰੇ ਭਰੋਸੇ ਤੁਸੀਂ ਰਹੋ। ਕੇਤਕ ਦਿਨ ਮੈਂ ਆਵਿਸ ਪਾਸੇ। ਬਾਦਸ਼ਾਹ ਨੂੰ ਕਹਿਣ ਲੱਗਾ ਕਿ ਮੈਂ ਕੁਝ ਕੁ ਦਿਨਾਂ ਬਾਅਦ ਬਾਦਸ਼ਾਹ ਦੇ ਕੋਲ ਆਵਾਂਗਾ। ਕਰੇ ਕਚਹਿਰੀ ਆਪਣੀ ਸਾਰੀ। ਇਸ ਤਰ੍ਹਾਂ ਸਾਰੀ ਜਿਹੜੀ ਕਚਹਿਰੀ ਸੀ, ਕਿਸੇ ਨੂੰ ਬੁੱਧੀ ਦੇ ਨਾਲ, ਕਿਸੇ ਨੂੰ ਬਲ ਦੇ ਨਾਲ, ਕਿਸੇ ਨੂੰ ਧਨ ਦੇ ਨਾਲ, ਸਾਰਿਆਂ ਨੂੰ ਖਰੀਦ ਕੇ ਚੰਦੂ ਨੇ ਆਪਣੇ ਵੱਲ ਕਰ ਲਿਆ। ਕਿਸ ਤਨ ਦੇ ਕਿਸ ਮਿਰਦਲ ਉਚਾਰੀ। ਕਿਸੇ ਨੂੰ ਧਨ ਦਿੱਤਾ, ਕਿਸੇ ਨੂੰ ਮਿੱਠੇ ਬੋਲ ਬੋਲ ਕੇ ਆਪਣੇ ਨਾਲ ਜੋੜ ਲਿਆ। ਇਸੇ ਤਰ੍ਹਾਂ ਹੀ ਹੁੰਦਾ ਅੱਜ ਆਪਾਂ ਦੇਖਦੇ ਹੀ ਹਾਂ। ਫਿਰ ਉਹ ਸਾਰੇ ਉਹਦੀ ਉਹ ਤਰਫਦਾਰੀ ਕਰਦੇ ਨੇ। ਇਸ ਤਰ੍ਹਾਂ ਚੰਦੂ ਨੇ ਸਾਰਿਆਂ ਨੂੰ ਆਪਣੇ ਨਾਲ ਰਲਾ ਲਿਆ। ਜਸ ਜਸ ਹੋਤੇ ਤਥਾ ਹਰ ਖਾਏ। ਜਿਸ ਜਿਸ ਤਰ੍ਹਾਂ ਸੀ ਸਾਰੇ ਪ੍ਰਸੰਨ ਹੋਏ ਹਨ। ਸ਼ਾਹੂ ਸਮੀਪ ਸਮੂਹ ਸਹਾਏ। ਫਿਰ ਬਾਦਸ਼ਾਹ ਦੇ ਕੋਲ ਸ਼ਾਹੂ ਸਮੀਪ ਸਮੂਹ ਸਹਾਏ, ਬਾਦਸ਼ਾਹ ਦੇ ਕੋਲ ਜਿਹੜੇ ਰਹਿਣ ਵਾਲੇ ਸਨ ਸਾਰੇ ਚੰਦੂ ਨੇ ਆਪਣੇ ਵੱਲ ਕਰ ਲਏ। ਚੰਦੂ ਹਟਿਓ ਧੀਰ ਉਦਾਰ ਕੈ। ਇਹ ਚੰਦੂ ਜਿਹੜਾ ਸੀ ਆਪਣੇ ਹਿਰਦੇ ਵਿੱਚ ਧੀਰਜ ਧਰ ਕੇ ਵਾਪਸ ਮੁੜਿਆ। ਦੁਸ਼ਟਪਨੇ ਮੈਂ ਚਿਤ ਕੋ ਤਰ ਕੈ। ਦੁਸ਼ਟਪਣੇ ਦੇ ਵਿੱਚ ਇਸ ਦਾ ਚਿੱਤ ਜੁੜਿਆ ਸੀ। ਸਬਨ ਚੜਾਏ ਮੂੰਡ ਤਹਿ ਆਇਓ। ਸਾਰੇ ਬਾਦਸ਼ਾਹ ਦੀ ਸਵਾਰੀ ਚੜਾ ਕੇ ਮੂਰਖ ਵਾਪਸ ਆ ਗਿਆ ਜਿੱਥੇ ਦੀ ਹਵੇਲੀ ਸੀ। ਸਤਿਗੁਰ ਅਰਜਨ ਜਹ ਉਤਰਾਇਓ। ਜਿੱਥੇ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਉਤਾਰਾ ਕੀਤਾ ਸੀ। ਬੈਠਿਓ ਸਨਮੁਖ ਰਿਸ਼ਤੇ ਪਰਿਓ। ਗੁਰੂ ਸਾਹਿਬ ਜੀ ਦੇ ਸਾਹਮਣੇ ਇਹ ਚੰਦੂ ਬੜਾ ਗੁੱਸੇ ਦੇ ਵਿੱਚ ਬੈਠ ਗਿਆ। ਕਹਿਤ ਪਇਓ ਬਚ ਦੁਖ ਤੇ ਜਰਿਓ। ਗੁਰੂ ਸਾਹਿਬ ਜੀ ਨੂੰ ਕਹਿਣ ਲੱਗਾ ਕਿ ਮੈਂ ਬੜੇ ਦੁੱਖ ਦੇ ਨਾਲ ਸੜ ਰਿਹਾ। ਸੜ ਤਾਂ ਇਹ ਰਿਹਾ ਸੀ ਕਿਉਂਕਿ ਹਮੇਸ਼ਾ ਜਿਹੜੀ ਤੀਲੀ ਹੁੰਦੀ ਹੈ ਪਹਿਲਾਂ ਆਪ ਸੜਦੀ ਹੈ ਫੇਰ ਹੀ ਉਹ ਅੱਗ ਲਾਵੇਗੀ ਨਾ। ਇਹ ਚੰਦੂ ਈਰਖਾ ਦੀ ਅੱਗ ਦੇ ਵਿੱਚ ਆਪ ਸੜ ਰਿਹਾ ਹੈ, ਸਾੜਨਾ ਚਾਹੁੰਦਾ ਦੂਜਿਆਂ ਨੂੰ। ਆਮ ਲੋਕ ਤਾਂ ਸੜ ਸਕਦੇ ਨੇ ਪਰ ਜਿਹਦੇ ਹਿਰਦੇ ਵਿੱਚ ਸ਼ਬਦ ਦਾ ਪ੍ਰਕਾਸ਼ ਹੈ ਉਹਨੂੰ ਕੌਣ ਸਾੜ ਸਕਦਾ ਸੀ। ਬੜੇ ਯਤਨ ਇਹਨਾਂ ਨੇ ਕੀਤੇ। ਚੰਦੂ ਬੜੇ ਗੁੱਸੇ ਦੇ ਵਿੱਚ ਆ ਕੇ ਕਹਿਣ ਲੱਗਾ ਮੈਂ ਦੁੱਖ ਦੇ ਨਾਲ ਮੇਰੀ ਛਾਤੀ ਸੜ ਰਹੀ ਹੈ। ਮੋਰ ਸੁਤਾ ਕੀ ਮੋਰ ਸਗਾਈ। ਤੁਸੀਂ ਮੇਰੀ ਧੀ ਦੀ ਸਗਾਈ ਵਾਪਸ ਮੋੜੀ ਹੈ। ਕਿਉਂ ਨਾ ਮਾਨੀ ਬਿਨੈ ਅਲਾਈ। ਮੈਂ ਬੜੀਆਂ ਬੇਨਤੀਆਂ ਭੇਜੀਆਂ ਪਰ ਮੇਰੀ ਧੀ ਦਾ ਰਿਸ਼ਤਾ ਤੁਸੀਂ ਨਹੀਂ ਲਿਆ। ਇਸ ਅੱਗ ਨੇ ਚੰਦੂ ਨੂੰ ਸਾੜਿਆ ਸੀ। ਉਹਦੀਆਂ ਕਰਤੂਤਾਂ ਸਾਰੇ ਆਪ ਜਾਣਦੇ ਹੀ ਹੋ, ਅੱਗੇ ਆਵੇਗਾ ਵੀ
ਕਹਿਣ ਲੱਗਾ ਮੇਰੀ ਧੀ ਦਾ ਰਿਸ਼ਤਾ ਤੁਸੀਂ ਮੋੜਿਆ, ਮੈਂ ਬੜੀਆਂ ਬੇਨਤੀਆਂ ਤੁਹਾਨੂੰ ਕੀਤੀਆਂ ਨੇ, ਭੇਜੇ ਦੋਏ ਬਾਰਪੁਰ ਲਾਗੀ, ਮੈਂ 2-3 ਵਾਰ ਤੁਹਾਡੇ ਪਾਸ ਲਾਗੀ ਵੀ ਭੇਜੇ ਸਨ, ਅਤ ਚਿੰਤਾ ਚਿਤ ਹਮਰੇ ਲਾਗੀ, ਪਰ ਮੇਰੇ ਮਨ ਵਿੱਚ ਬੜੀ ਇਸ ਗੱਲ ਦੀ ਚਿੰਤਾ ਹੈ। ਲੀਨ ਸਾਕ ਤੋ ਰਹਿਓ ਕਿਥਾਈ, ਸਾਕ ਲੈਣਾ ਤੇ ਇੱਕ ਪਾਸੇ ਰਿਹਾ, ਦਈ ਮੋਹੇ ਕੂਕਰ ਸਮਤਾਈ, ਤੁਸੀਂ ਮੈਨੂੰ ਕੁੱਕਰ ਦੀ ਬਰਾਬਰੀ ਦਿੱਤੀ। ਕੁੱਕਰ ਕੁੱਤੇ ਨੂੰ ਕਹਿੰਦੇ ਨੇ, ਤੁਸੀਂ ਮੈਨੂੰ ਕੁੱਤਾ ਕਿਹਾ ਹੈ। ਅਬ ਲੋ ਕਛੂ ਨਾ ਬਿਗਰਿਓ ਸੁਪਨੇ, ਹਲੇ ਤੱਕ ਤਾਂ ਸੁਪਨੇ ਵਿੱਚ ਵੀ ਤੁਹਾਡਾ ਕੁਝ ਨਹੀਂ ਵਿਗੜਿਆ। ਨਾਤਾ ਲਿਹੂ ਜਾਹੂ ਕਰੇ ਆਪਣੇ, ਮੇਰੀ ਇਹ ਸ਼ਰਤ ਮੰਨ ਲਓ, ਮੇਰੀ ਧੀ ਦਾ ਰਿਸ਼ਤਾ ਲਓ ਤੇ ਤੁਸੀਂ ਸੁਖੀ ਸ਼ਾਂਤੀ ਘਰ ਨੂੰ ਮੁੜ ਜਾਵੋ, ਨਤ ਕੂਕਰ ਭਾਖਿਓ ਜਿਮ ਜਬੈ, ਨਹੀਂ ਤਾਂ ਜਿਸ ਤਰ੍ਹਾਂ ਮੈਨੂੰ ਕੁੱਤਾ ਕਿਹਾ ਹੈ ਲਗੋ ਗੈਲ ਕੂਕਰ ਹੋਏ ਤਬੈ, ਫਿਰ ਮੈਂ ਕੁੱਤਾ ਬਣ ਕੇ ਹੀ ਟਕਰਾਂਗਾ। ਦੇਹੋ ਜਵਾਬ ਮੈਂ ਕਰੋ ਉਪਾਏ, ਮੈਂ ਫਿਰ ਜਵਾਬ ਦਵਾਂਗਾ। ਇਹ ਤੁਸੀਂ ਕੋਈ ਨਾ ਕੋਈ ਆਪਣਾ ਉਪਾਅ ਕਰ ਲਓ, ਜਾਂ ਤੇ ਮੇਰੀ ਮੰਨ ਲਓ ਤੇ ਫਿਰ ਰਿਸ਼ਤਾ ਪ੍ਰਵਾਨ ਕਰੋ। ਪਰ ਰਿਸ਼ਤਾ ਇਹ ਤਾਂ ਸੰਗਤ ਨੇ ਕਿਹਾ ਸੀ ਮਹਾਰਾਜ, ਇਸ ਪਾਪੀ ਦੀ ਧੀ ਦਾ ਰਿਸ਼ਤਾ ਨਹੀਂ ਲੈਣਾ, ਕਿਉਂਕਿ ਆਪ ਚੁਬਾਰਾ ਬਣਿਆ ਪਾਪੀ, ਗੁਰੂ ਘਰ ਜਿਨ ਮੋਰੀ ਥਾਪੀ। ਤੇ ਮਹਾਰਾਜ ਕਹਿੰਦੇ ਗੁਰੂ ਸੰਗਤ ਦਾ ਬਚਨ ਗੁਰੂ ਦਾ ਬਚਨ ਹੈ, ਗੁਰੂ ਨਾਨਕ ਸਾਹਿਬ ਦਾ। ਜੇ ਸੰਗਤ ਨੇ ਕਹਿ ਦਿੱਤਾ ਨਹੀਂ ਲੈਣਾ, ਮਹਾਰਾਜ ਤੱਤੀ ਤਵੀ ਤੇ ਬੈਠਣ ਨੂੰ ਤਾਂ ਤਿਆਰ ਹੋ ਗਏ, ਪਰ ਸੰਗਤ ਦਾ ਕਿਆ ਬਚਨ ਸਤਿਗੁਰਾਂ ਨੇ ਪ੍ਰਵਾਨ ਕੀਤਾ। ਇਹ ਹੈ ਗੁਰੂ ਦਾ ਦਰ। ਇੱਥੇ ਜੇ ਭਾਵਨਾ ਨਾਲ ਆ ਕਰ, ਕਿਉਂਕਿ ਸੰਗਤ ਵਿੱਚ ਸੰਗਤ ਹਰ ਪ੍ਰਭ ਵਸੈ ਜੀ, ਤੇ ਮਹਾਰਾਜ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਤੇ ਜਿਹੜੀਆਂ ਸੰਗਤਾਂ ਨੇ ਬੇਨਤੀਆਂ ਕੀਤੀਆਂ, ਮਹਾਰਾਜ ਨੇ ਫਿਰ ਆਪਣਾ ਸਤਿਗੁਰੂ ਜੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਚੰਦੂ ਦੀਆਂ ਇਹ ਸ਼ਰਤਾਂ ਸਾਰੀਆਂ ਮਹਾਰਾਜ ਨੇ ਠੁਕਰਾ ਦਿੱਤੀਆਂ। ਮਹਾਰਾਜ ਕਹਿਣ ਲੱਗਾ ਕਿ ਮੇਰੀ ਸ਼ਰਤ ਮੰਨ ਲਓ ਤੇ ਸੁਖੀ ਸ਼ਾਂਤੀ ਆਪਣੇ ਘਰ ਨੂੰ ਜਾਵੋ। ਸੌਜ ਵਿਆਹ ਕੀ ਕਹਿ ਤੁਮ ਕਾਏ, ਹਾਂ, ਜਾਂ ਤਾਂ ਤੁਸੀਂ ਵਿਆਹ ਦੀ ਸੋਜ ਵਿਆਹ ਕੀ ਕਹਿ ਤੁਮ ਕਾਏ, ਜਾਂ ਤਾਂ ਵਿਆਹ ਦੀ ਸ਼ਰਤ ਮੰਨੋ ਜਾਂ ਫਿਰ ਆਪਣੀ ਮੌਤ ਪ੍ਰਵਾਨ ਕਰ ਲਓ। ਪਰ ਇਹ ਸ਼ਰਤ ਚੰਦੂ ਵੱਲੋਂ ਰੱਖੀ ਸੀ, ਬਾਦਸ਼ਾਹ ਵੱਲੋਂ ਹੋਰ ਸ਼ਰਤਾਂ ਸਨ। ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਸਾਡੇ ਵੱਲੋਂ ਕੁਝ ਸ਼ਬਦ ਚਾੜ ਦਿਓ, ਮੁਹੰਮਦ ਸਾਹਿਬ ਦੀ ਸਿਫਤ ਲਿਖ ਦਿਓ। ਇੱਥੇ ਤਾਂ ਬੰਦਗੀ ਕਰਨ ਵਾਲਿਆਂ ਦੀ ਪਹਿਲਾਂ ਹੀ ਸਿਫਤ ਹੈ, ਪਰ ਕਿਸੇ ਵੱਲੋਂ ਕਹੀ ਹੋਈ ਸ਼ਰਤ ਨੂੰ ਪ੍ਰਵਾਨ ਕਰਕੇ ਆਪਣੇ ਅਸੂਲ ਨੂੰ ਇੱਕ ਪਾਸੇ ਰੱਖਣਾ ਤੇ ਉਹਨਾਂ ਨਾਲ ਸਮਝੌਤਾ ਕਰ ਲੈਣਾ ਸਹੂਲਤਾਂ ਦੇ ਕਰਕੇ, ਇਹ ਪ੍ਰਵਾਨ ਨਹੀਂ ਸੀ। ਫਿਰ ਇਹ ਵੀ ਸ਼ਰਤ ਰੱਖੀ ਗਈ 2 ਲੱਖ ਰੁਪਇਆ ਰੋਜ਼ਾਨਾ ਭਰੋ। ਮਹਾਰਾਜ ਕਹਿੰਦੇ ਤਾਂ ਸੰਗਤ ਦਾ ਪੈਸਾ ਹੈ ਨਾ, ਇਹ ਸੰਗਤ ਦੇ ਕਾਰਜ ਵਿੱਚ ਹੀ ਲੱਗਦਾ ਹੈ, ਨਿੱਜੀ ਸਵਾਰਥਾਂ ਵਾਸਤੇ। ਇੱਥੇ ਵੀ ਗੁਰੂ ਸਾਹਿਬ ਆਪਣੇ ਤਸੀਹੇ ਝੱਲਣ ਨੂੰ ਤਨ ਤੇ ਤਿਆਰ ਨੇ, ਪਰ ਸੰਗਤ ਦਾ 1 ਰੁਪਈਆ ਵੀ ਨਿੱਜੀ ਸਵਾਰਥ ਲਈ ਵਰਤਣ ਨੂੰ ਆਗਿਆ ਨਹੀਂ ਦੇ ਰਹੇ। ਕਿ ਨਹੀਂ ਕਿ ਆਪਣੇ ਨਿੱਜੀ ਸਵਾਰਥ ਨੇ ਤੇ ਪੈਸੇ ਵਰਤ ਲਓ। ਇੱਥੇ ਮਹਾਰਾਜ ਦੇ ਅੱਗੇ ਕੁਝ ਸ਼ਰਤਾਂ ਚੰਦੂ ਵੱਲੋਂ ਰੱਖੀਆਂ ਗਈਆਂ। ਕਹਿੰਦਾ ਜਾਂ ਤੇ ਸ਼ਰਤਾਂ ਮੰਨ ਲਓ, ਨਹੀਂ ਤਾਂ ਫਿਰ ਤੁਹਾਡੀ ਮੌਤ ਤੁਹਾਡੇ ਸਾਹਮਣੇ ਹੈ, ਇਹ ਪ੍ਰਵਾਨ ਕਰ ਲਓ। ਨਿਰਭੈ ਬਾਕ ਤਬ ਸਤਿਗੁਰ ਪਾਖਾ, ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਨਿਰਭੈ ਹੋ ਕੇ ਜਿਨ੍ਹਾਂ ਨੇ ਬਚਨ ਕਿਹਾ, ਮਹਾਰਾਜ ਸੱਚੇ ਪਾਤਸ਼ਾਹ ਹੁਕਮ ਹੀ ਸਾਨੂੰ ਇਹ ਕਰ ਗਏ ਨੇ ਕਿ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ। ਜਿਨੇ ਨਿਰਭਉ ਨੂੰ ਜਪਿਆ ਉਹ ਆਪ ਵੀ ਨਿਰਭਉ ਹੋ ਜਾਂਦਾ ਹੈ। ਨਿਰਭੈ ਹੋ ਕੇ ਸਤਿਗੁਰਾਂ ਨੇ ਉੱਤਰ ਦਿੱਤਾ, ਸੁਤਾ ਦੇਨ ਕੀ ਕਿਵੇਂ ਅਬਲਾਖਾ। ਮਹਾਰਾਜ ਕਹਿੰਦੇ ਧੀ ਦੇਣ ਦੀ ਕਿਉਂ ਇੱਛਾ ਰੱਖੀ ਬੈਠਾ ਹੈ, ਤੂੰ ਉੱਚੀ ਕੁਲ ਹੈ ਚੁਬਾਰਾ। ਤੂੰ ਆਪੇ ਹੀ ਤਾਂ ਕਿਹਾ ਸੀ ਸਾਡੀ ਉੱਚੀ ਕੁਲ, ਇਹ ਸ਼੍ਰੇਣੀ ਖੱਤਰੀ, ਅਸੀਂ 2.5 ਘਰ ਉੱਚੇ ਖੱਤਰੀ, ਖੱਤਰੀਆਂ ਚ ਵੀ ਉੱਚੀ ਨੀਵੀਂ ਜਾਤ ਮੰਨਦਾ ਸੀ। ਕਹਿਣ ਲੱਗਾ ਕਿ ਮਹਾਰਾਜ ਕਹਿੰਦੇ ਨੇ ਤੂੰ ਹਲੇ ਵੀ ਇੱਛਾ ਰੱਖੀ ਬੈਠਾ ਹੈ, ਤੂੰ ਤਾਂ ਆਪਣੇ ਆਪ ਨੂੰ ਕਿਹਾ ਸੀ ਉੱਚ ਜਾਤੀ ਵਾਲੇ ਉੱਚੇ ਖੱਤਰੀ ਹਾਂ। ਹਮਕੋ ਮੋਰੀ ਸਰਸ ਉਚਾਰਾ। ਫਿਰ ਸਾਨੂੰ ਗੁਰੂ ਘਰ ਵੱਲ ਕਹਿੰਦਾ ਸੀ, ਜਦੋਂ ਜਾ ਕੇ ਲਾਗੀਆਂ ਨੇ ਕਿਹਾ ਨਾ ਕਿ ਬੜੀ ਵੱਡੀ ਵਧਾਈ ਵਾਲੀ ਗੱਲ ਹੈ ਕਿ ਤੇਰੀ ਧੀ ਨੂੰ ਲੋਕ ਮਾਤਾ ਕਿਹਾ ਕਰਨਗੇ। ਉਸ ਵੇਲੇ ਹੰਕਾਰ ਚ ਆ ਕੇ ਕਹਿੰਦਾ ਸੀ ਉਹ ਮੋਰੀ ਚੁਬਾਰੇ ਦੀ ਇੱਟ ਮੋਰੀ ਨੂੰ ਲਾਇਓ। ਗੁਰੂ ਘਰ ਨੂੰ ਮੋਰੀ ਦੱਸਦਾ ਸੀ। ਮਹਾਰਾਜ ਕਹਿੰਦੇ ਤੂੰ ਸਾਡੇ ਘਰ ਨੂੰ ਮੋਰੀ ਕਿਹਾ ਹੈ। ਮੋਰੀ ਮੇਲ ਸੋ ਮੋਰੀ ਤਾਰਾ। ਮੋਰੀ ਦਾ ਮੇਲ ਮੋਰੀ ਨਾਲ ਹੀ ਹੁੰਦਾ ਹੈ, ਨੀਵੇਂ ਦਾ ਮੇਲ। ਜਿਹੜਾ ਕਹਿੰਦਾ ਤੂੰ ਨੀਵਾਂ, ਤੇ ਫਿਰ ਉਹ ਕਹਿੰਦੇ ਠੀਕ ਹੈ ਮਹਾਰਾਜ, ਕਹਿੰਦੇ ਅਸੀਂ ਨੀਵੇਂ ਆ ਤੇ ਫਿਰ ਸਾਡਾ ਮੇਲ ਨੀਵਿਆਂ ਨਾਲ ਹੀ ਹੈ। ਮਿਲਹਿ ਚੁਬਾਰੇ ਸੰਗ ਚੁਬਾਰਾ। ਜਿਹੜਾ ਚੁਬਾਰਾ ਹੁੰਦਾ ਹੈ, ਚੁਬਾਰੇ ਦਾ ਮੇਲ ਚੁਬਾਰੇ ਨਾਲ ਖਾਂਦਾ ਹੈ। ਇਸ ਲਈ ਤੂੰ ਆਪਣੇ ਆਪ ਨੂੰ ਚੁਬਾਰਾ ਕਿਹਾ, ਗੁਰੂ ਘਰ ਨੂੰ ਮੋਰੀ ਦੱਸ ਰਿਹਾ। ਸਾਡੇ ਸਿੱਖ ਨਿਮਰਤਾ ਵਾਲੇ ਨੇ, ਸਾਨੂੰ ਉਹਦਾ ਰਿਸ਼ਤਾ ਪ੍ਰਵਾਨ ਹੈ ਸਿੱਖ ਦੀ ਧੀ ਦਾ, ਜਿਹੜਾ ਨਿਮਰਤਾ ਦੇ ਨਾਲ। ਹੁਣ ਜਿਹੜੇ ਰਿਸ਼ਤੇ ਗੁਰੂ ਸਾਹਿਬ ਲਈ, ਗੁਰੂ ਹਰਗੋਬਿੰਦ ਸਾਹਿਬ ਲਈ ਹਾਜ਼ਰ ਕੀਤੇ ਸਿੱਖਾਂ ਨੇ, ਉਹ ਬਹੁਤ ਵੱਡੇ ਕੋਈ ਜਗੀਰਦਾਰ ਨਹੀਂ ਸਨ, ਪਰ ਗੁਰੂ ਕੇ ਸਿੱਖ ਸਨ। ਮਨ ਵਿੱਚ ਉਹਨਾਂ ਦੇ ਨਿਮਰਤਾ ਤੇ ਗੁਰੂ ਘਰ ਪ੍ਰਤੀ ਪ੍ਰੇਮ ਅਥਾਹ ਸ਼ਰਧਾ ਸੀ। ਉਹਨਾਂ ਦਾ ਪ੍ਰਵਾਨ ਕਰ ਲਿਆ। ਇਹ ਆਪਣੇ ਆਪ ਨੂੰ ਹਉਮੈ ਦੇ ਵਿੱਚ ਕਹਿੰਦਾ ਮੈਂ ਚੁਬਾਰਾ,
ਮਹਾਰਾਜ ਕਹਿੰਦੇ ਫਿਰ ਚੁਬਾਰੇ ਦਾ ਮੇਲ ਚੁਬਾਰੇ ਨਾਲ ਹੁੰਦਾ ਹੈ। ਤਬ ਪੀ ਕਹਿਓ ਅਬੈ ਪੀ ਕਹੈ, ਉਦੋਂ ਵੀ ਅਸੀਂ ਕਿਹਾ ਸੀ, ਹੁਣ ਵੀ ਅਸੀਂ ਕਹਿੰਦੇ ਆ, ਸਮ ਸੋ ਮਿਲਨ ਭਲੋ ਸਭ ਲਹੈ। ਆਪਣੇ ਬਰਾਬਰ ਦੇ ਨਾਲ ਮੇਲ ਚੰਗਾ ਰਹਿੰਦਾ ਹੈ। ਇਹ ਸਾਰੇ ਲੋਕ ਕਹਿੰਦੇ ਨੇ ਕਿ ਬਰਾਬਰ ਦੇ ਨਾਲ ਮੇਲ ਰੱਖਣਾ ਚਾਹੀਦਾ ਹੈ। ਅੰਤਰ ਬਹੁਤ ਹਮਾਰ ਤੁਮਾਰਾ, ਸਾਡੇ ਅਤੇ ਤੇਰੇ 'ਚ ਬਹੁਤ ਵੱਡਾ ਅੰਤਰ ਹੈ ਨਾ। ਅੰਤਰ ਕਾਹਦਾ ਹੈ? ਕਿਉਂਕਿ ਗੁਰੂ ਘਰ ਤੇ ਮਹਾਨ ਹੈ, ਉਦੋਂ ਵੀ ਮਹਾਨ ਸੀ, ਅੱਜ ਵੀ ਮਹਾਨ ਹੈ, ਰਹਿੰਦੀ ਦੁਨੀਆ ਤੱਕ ਸਿੱਧਾ ਹੋਣੀ ਹੈ। ਪਰ ਇਹ ਹੰਕਾਰ ਕਰਕੇ ਆਪਣੇ ਆਪ 'ਚ ਵੱਡਾ ਬਣਿਆ ਸੀ। ਮਹਾਰਾਜ ਕਹਿੰਦੇ ਇਸ ਕਰਕੇ ਬਰਾਬਰ ਦੇ ਨਾਲ ਮੇਲ ਹੁੰਦਾ ਹੈ। ਕਿਤ ਮੋਰੀ ਕਿਤ ਹੋਤ ਚੁਬਾਰਾ, ਸਾਡਾ ਤੇ ਤੁਹਾਡਾ ਬਹੁਤ ਅੰਤਰ ਹੈ। ਮੋਰੀ ਕਿਤੇ ਚੁਬਾਰਾ ਕਿਤੇ ਹੈ। ਕਹਿਓ ਨਾ ਕੂਕਰ ਜੇ ਤੈ ਲਹਿਓ। ਹਾਂ, ਜੇ ਅਸੀਂ ਕੁੱਕਰ ਕਿਹਾ ਨਹੀਂ, ਤੈਨੂੰ ਕੁੱਤਾ ਨਹੀਂ ਕਿਹਾ, ਕਿਉਂਕਿ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਤਾਂ ਮਿੱਠ ਬੋਲੜੇ ਨੇ। ਹਰ ਸੱਜਣ ਸੁਆਮੀ ਜੀ ਹਉ ਸੰਮਲ ਥਕੀ ਜੀ, ਉਹ ਕਦੇ ਨਾ ਬੋਲੇ ਕੌੜਾ। ਕੌੜਾ ਬੋਲ ਨਾ ਜਾਣੇ, ਉਹ ਤਾਂ ਜਾਣਦੇ ਨਹੀਂ ਕੌੜਾ ਬੋਲਣਾ। ਪੂਰਨ ਭਗਵਾਨ ਹੈ ਔਗਣ ਕੋ ਨਾ ਚਿਤਾਰੇ। ਮਹਾਰਾਜ ਕਹਿੰਦੇ ਅਸੀਂ ਤੈਨੂੰ ਕੁੱਤਾ ਨਹੀਂ ਕਿਹਾ, ਪਰ ਜੇ ਫਿਰ ਵੀ ਤੂੰ ਆਪਣੇ ਆਪ ਨੂੰ ਮੰਨਿਆ ਹੈ। ਜੇ ਨਾ ਕਹਿਓ ਤਉ ਪੀ ਅਬ ਕਹਿਓ, ਅਸੀਂ ਕਿਹਾ ਤੇ ਨਹੀਂ ਹੈ, ਪਰ ਫਿਰ ਤੂੰ ਆਪਣੇ ਆਪ ਨੂੰ ਸਮਝ ਰਿਹਾ ਹੈ। ਸਿੱਖ ਨੇ ਵੀ ਗ੍ਰਹਿ ਕਹਿਓ ਰਮਹੁ ਕਹਿ ਤਦਾ। ਕਿਆ ਇੱਕ ਸਿੱਖ ਨੇ ਸੀ, ਇਹ ਚੰਦੂ ਪ੍ਰਤੀ ਨਾ ਕੁੱਤਾ ਸ਼ਬਦ ਸਿੱਖ ਨੇ ਵਰਤਿਆ ਸੀ। ਮਹਾਰਾਜ ਕਹਿੰਦੇ ਜੇ ਸਾਡੇ ਕਿਸੇ ਸਿੱਖ ਨੇ ਤੇਰੇ ਲਈ ਸ਼ਬਦ ਵਰਤਿਆ ਹੈ, ਸਿੱਖ ਹਮ ਏਕ ਰੂਪ ਹੈ ਸਦਾ। ਫਿਰ ਗੁਰੂ ਤੇ ਸਿੱਖ ਇੱਕ ਹੀ ਰੂਪ ਨੇ। ਜੇ ਤੇਰੀਆਂ ਕਰਤੂਤਾਂ ਵੇਖ ਕੇ ਕਿਸੇ ਸਿੱਖ ਨੇ ਕਹਿ ਦਿੱਤਾ ਕਿ ਤੇਰੇ ਕਰਮ ਐਸੇ ਨੇ, ਤੇ ਫਿਰ ਮਹਾਰਾਜ ਕਹਿੰਦੇ ਸਿੱਖ ਵਿੱਚ ਤੇ ਗੁਰੂ ਵਿੱਚ ਅੰਤਰ ਨਹੀਂ ਹੈ। ਸੁਨ ਮਨ ਜਰਿਓ ਜਰਿਓ ਨਹਿ ਬੈਨ, ਇਹ ਬਚਨ ਸੁਣ ਕੇ ਮਨ ਦੇ ਵਿੱਚ ਨਾ ਜਰਿਆ ਤੇ ਸੜ ਬਲ ਗਿਆ। ਕਰੂਰ ਪਸਾਰੇ ਲਾਲ ਜੇ ਨੈਣ, ਆਪਣੀਆਂ ਅੱਖਾਂ ਚੰਦੂ ਨੇ ਲਾਲ ਕਰ ਲਈਆਂ ਗੁੱਸੇ ਦੇ ਵਿੱਚ। ਨਿਕਟ ਬੁਲਾਏ ਆਪਨ ਸਿਪਾਹੀ, ਆਪਣੇ ਜਿਹੜੇ ਸਿਪਾਹੀ ਸਨ ਚੰਦੂ ਨੇ ਕੋਲ ਬੁਲਾ ਲਏ। ਜਲ ਭੋਜਨ ਪਹੁੰਚਣ ਦੇ ਨਾਹੀ। ਕਹਿਣ ਲੱਗਾ ਸਿਪਾਹੀਆਂ ਨੂੰ, ਕਹਿੰਦਾ ਇਹਨਾਂ ਕੋਲ ਜਲ ਅਤੇ ਭੋਜਨ। ਸਭ ਤੋਂ ਪਹਿਲੇ ਦਿਨ ਇਹਨੇ ਇਸੇ ਤਰ੍ਹਾਂ ਹੀ ਕੀਤਾ, ਕਿਉਂਕਿ ਇਹ ਵੀ ਬਹੁਤ ਵੱਡੀ, ਕਿਸੇ ਨੂੰ ਜੇ ਸਜ਼ਾ ਦੇਣੀ ਹੋਵੇ ਤੇ ਭੁੱਖੇ ਰੱਖ ਦੋ। ਪਰ ਇਹ ਬਚਨ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਪਿਤਾ ਗੁਰੂ ਰਾਮਦਾਸ ਜੀ ਨੇ ਪਹਿਲੋਂ ਹੀ ਪੜ੍ਹਾਏ ਨੇ। ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਭੀ ਤੁਝੇ ਤੇ ਆਈ। ਜੇ ਭੁੱਖ ਦੇ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੁਖ ਮਨਾਈ। ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਨਾਨਕ ਗਰੀਬ ਟੈ ਪਿਆ ਦੁਆਰੇ, ਹਰ ਮੇਲ ਲੈਹੋ ਵੱਡਿਆ। ਜਿਨ੍ਹਾਂ ਦੇ ਪਿਤਾ ਨੇ ਪਹਿਲਾਂ ਹੀ ਪੜ੍ਹਾਈ ਕਰਾਈ ਹੋਵੇ, ਉਹਨਾਂ ਨੂੰ ਭੁੱਖ ਦਾ ਦੁੱਖ ਉਹਨਾਂ ਸਾਹਮਣੇ ਕੀ ਸੀ। ਇਸੇ ਤਰ੍ਹਾਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਆਪਣੇ ਤਨ ਤੇ ਇਹ ਹੰਡਾਇਆ ਕਿ ਲੋਕ ਕੱਲਾ ਇਹੋ ਹੀ ਨਾ ਕਹਿਣ ਕਿ ਜੀ ਬਚਨ ਕਹਿ ਦਿੱਤੇ ਸਨ, ਕਮਾਉਣਾ ਪਵੇ ਫਿਰ ਪਤਾ ਲੱਗਦਾ ਹੈ। ਪਰ ਗੁਰੂ ਸਾਹਿਬ ਨੇ ਆਪਣੇ ਤਨ ਤੇ ਸਭ ਕੁਝ ਹੰਡਾ ਕੇ ਦੱਸਿਆ। ਬਾਦਸ਼ਾਹ ਚੰਦੂ ਆਪਣੇ ਸਿਪਾਹੀਆਂ ਨੂੰ ਕਹਿੰਦਾ ਨਾ ਇਹਨਾਂ ਨੂੰ ਅੱਜ ਖਾਣ ਨੂੰ ਭੋਜਨ, ਨਾ ਪੀਣ ਨੂੰ ਪਾਣੀ ਦੇਣਾ ਹੈ। ਜਬ ਲਾਗੇਗੀ ਤ੍ਰਿਖਾ ਮਹਾਨੀ, ਜਦੋਂ ਇਹਨਾਂ ਨੂੰ ਪਿਆਸ ਲੱਗੇਗੀ ਬਹੁਤੀ ਜ਼ਿਆਦੀ, ਦੇ ਗਿਨ ਲੱਖ ਦੇਹੋ ਤਬ ਪਾਣੀ। ਫਿਰ ਇਹਨਾਂ ਤੋਂ 1 ਲੱਖ ਰੁਪਇਆ ਜੁਰਮਾਨਾ ਮੰਗਣਾ। ਕਹਿਣਾ ਪੀਣ ਵਾਸਤੇ ਵੀ ਤੁਹਾਡੇ ਕੋਲ ਕਿਹੜਾ ਪੈਸੇ ਦੀ ਕਮੀ ਹੈ, ਤੇ ਸੱਚਮੁੱਚ ਹੈ ਵੀ ਨਹੀਂ ਸੀ। ਪਰ ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਸਾਰਾ ਕੁਝ ਆਪਣੇ ਤਨ ਤੇ ਹੰਡਾਉਣਾ, ਹੰਡਾ ਕੇ ਫਿਰ ਦੱਸਣਾ ਹੈ ਕਿ ਸਿੱਖ ਭਾਣਾ ਜਦੋਂ ਮੰਨਣ ਦੀ ਗੱਲ ਆਉਂਦੀ ਹੈ ਨਾ, ਤੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਦੀ ਤਸਵੀਰ ਸਾਹਮਣੇ ਆਉਂਦੀ, ਜਿਹਦੇ ਸੀਸ ਤੇ ਕਦੇ ਸੀ ਕਲਸ ਝੁੱਲਦੇ, ਗਰਮ ਬਾਲੂ ਦੇ ਕੜਛੇ ਉਪਵਾਰਿਆ ਸੀ। ਕਈ ਪਹਿਰ ਅੰਗਿਆਰਾਂ ਦੀ ਸੇਜ ਬਹਿ ਕੇ ਸ਼ਾਂਤ ਮਈ ਦੇ ਪੂਰ ਨੇ ਪਾਰਿਆ ਸੀ। ਸੀਨਾ ਜੱਗ ਦਾ ਤਪਦਾ ਠਾਰਨੇ ਨੂੰ, ਤਨ ਆਪਣਾ ਸਾੜ ਵਿਖਾਰਿਆ ਸੀ। ਖਾ ਕੇ ਵਿੱਚ ਦੇਖਦੇ ਉਬਾਲਿਆਂ ਨੂੰ, ਫਿਰ ਵੀ ਸਤਨਾਮ ਵਾਹਿਗੁਰੂ ਉਗਾਰਿਆ ਸੀ। ਕਹਿਣਾ ਸੌਖਾ, ਸੁਣਨਾ ਵੀ ਬਹੁਤ ਸੌਖਾ। ਗੱਲ ਔਖੀ ਅਮਲ ਕਮਾਉਣ ਵਾਲੀ, ਉਹ ਤਾਂ ਆਤਮਾ ਹੀ ਕੇਵਲ ਰੱਬ ਦੀ ਸੀ। ਤਤੀ ਤਵੀ ਤੇ ਵੀ ਸੁਖਮਨੀ ਗਾਉਣ ਵਾਲੀ। ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਬਾਰੇ ਕਹਿਣ ਲੱਗਾ, ਕਹਿੰਦਾ ਇਹਨਾਂ ਨੂੰ ਜੇ ਪਾਣੀ ਮੰਗਣ 1 ਲੱਖ ਰੁਪਇਆ ਜੁਰਮਾਨਾ ਲਿਓ। ਵਿਆਕੁਲ ਹੋਏ ਸ਼ੁਦਤ ਬਹੁ ਜਬੈ, ਜਦੋਂ ਬਹੁਤੀ ਭੁੱਖ ਲੱਗੇਗੀ, ਭੁੱਖ ਦੇ ਦੁੱਖ ਕਰਕੇ ਲੇਹੋ ਲੱਖ ਦੇਹੋ ਭੋਜਨ ਤਬੈ। ਫਿਰ 1 ਲੱਖ ਰੁਪਏ ਜੁਰਮਾਨੇ ਦੀ ਗੱਲ ਕਰਿਓ, ਫਿਰ ਇਹਨਾਂ ਨੂੰ ਭੋਜਨ ਦਿਓ ਖਾਣ ਨੂੰ। ਨਿੰਦਰਾ ਤੇ ਜਬ ਸੁਪਤਨ ਚਾਹੈ, ਜਦੋਂ ਰਾਤ ਨੂੰ ਨੀਂਦ ਆਵੇ ਸੌਣ ਲੱਗਣ, ਦੇਹ ਲੱਖ ਤਉ ਸੋਵਨ ਲਹੈ। 1 ਲੱਖ ਰੁਪਇਆ ਜੁਰਮਾਨਾ ਉਦੋਂ ਲਾ ਦਿਓ, ਤੇ ਫਿਰ ਕਹਿਣਾ ਸੌਣਾ ਤੁਸੀਂ ਪਹਿਲਾਂ ਸਾਰੇ ਜੁਰਮਾਨੇ ਭਰੋ। ਇਸਕੇ ਮਨ ਮਹਿ ਅਤ ਹੰਕਾਰ, ਇਸ ਚੰਦੂ ਪਾਪੀ ਦੇ ਮਨ ਵਿੱਚ ਬਹੁਤਾ ਹੰਕਾਰ ਹੈ। ਨਿਮਹਿ ਨਹੀਂ ਅਬ ਕਰੋ ਸੰਘਾਰ। ਹਾਂ, ਗੁਰੂ ਸਾਹਿਬ ਪ੍ਰਤੀ ਇਹ ਸ਼ਬਦ ਕਹਿੰਦਾ ਸਿਪਾਹੀਆਂ ਨੂੰ, ਕਹਿੰਦਾ ਹੰਕਾਰੀ ਨੇ, ਇਹ ਨਿਵਦੇ ਨਹੀਂ। ਮੈਂ ਇਹਨਾਂ ਨੂੰ ਦੇਖਾਂਗਾ ਕਿ ਨਿਵਦੇ ਕਿਸ ਤਰ੍ਹਾਂ ਨੇ। ਪਰ ਅਸਲ ਵਿੱਚ ਇਹ ਹੰਕਾਰ ਨਹੀਂ, ਹੰਕਾਰ ਤੇ ਚੰਦੂ ਦੇ ਅੰਦਰ ਸੀ।
ਇਹ ਤਾਂ ਉਹ ਹੱਠ ਹੈ ਜਿਨ੍ਹਾਂ ਨੂੰ ਆਪਾਂ ਰੋਜ਼ ਯਾਦ ਕਰਦੇ ਹਾਂ ਅਰਦਾਸ ਵਿੱਚ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨੇ ਧਰਮ ਕਮਾਉਣ ਵਾਸਤੇ ਹੱਠ ਧਾਰੇ, ਆਪਣੇ ਸਵਾਰਥ ਲਈ ਨਹੀਂ। ਕਹਿਣ ਲੱਗੇ ਹੰਕਾਰੀ ਨੇ ਇਸ ਤਰ੍ਹਾਂ ਨਹੀਂ ਨਿਭਦੇ, ਮੈਂ ਦੇਖਾਂਗਾ ਕਿਸ ਤਰ੍ਹਾਂ ਮੰਨਦੇ ਨਹੀਂ ਹਨ। ਏਕ ਬਾਤ ਕੋ ਨਿਹਚੈ ਮਾਨ, ਇੱਕ ਗੱਲ ਨੂੰ ਚੰਗੀ ਤਰ੍ਹਾਂ ਮੰਨ ਲਓ, ਕਹਿ ਲਖ ਲੇਹੋ ਨਾਤਾ ਦੇਹੋ ਪ੍ਰਾਨ, ਜਾਂ ਤੇ ਪੈਸੇ ਦਓ ਜਾਂ ਫਿਰ ਧੀ ਦਾ ਰਿਸ਼ਤਾ ਦੇਵੋ। ਸੁਨ ਸਤਿਗੁਰ ਤਬ ਬਾਕ ਅਲਾਵੈ, ਜਾਂ ਮੇਰੀ ਧੀ ਦਾ ਰਿਸ਼ਤਾ ਮੰਨ ਲਓ ਤੇ ਜਾਂ ਫਿਰ ਜੁਰਮਾਨਾ ਭਰੋ। ਸੁਣ ਕੇ ਚੰਦੂ ਤੋਂ ਗੁਰੂ ਅਰਜਨ ਦੇਵ ਸਾਹਿਬ ਕਹਿਣ ਲੱਗੇ, ਅਬ ਤੇ ਸੁਪਤ ਨਾ ਪੀ ਨਾ ਖਾਵੈ। ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਤੀ ਮਹਾਰਾਜ ਸੁਣ ਕੇ ਕਹਿੰਦੇ ਕਿ ਅਸੀਂ ਹੁਣ ਤੋਂ ਹੀ ਨਾ ਸੌਵਾਂਗੇ, ਨਾ ਕੁਝ ਖਾਵਾਂਗੇ, ਨਾ ਕੁਝ ਪੀਵਾਂਗੇ, ਬੈਠੇ ਰਹੈ ਏਕ ਹੀ ਥਾਨ, ਅਸੀਂ ਇੱਕੋ ਥਾਂ ਦੇ ਉੱਤੇ ਬੈਠੇ ਰਹਾਂਗੇ। ਕਰਹੁ ਜਥਾ ਕਰਬੇ ਮਨ ਜਾਨ, ਜਿਸ ਤਰ੍ਹਾਂ ਤੇਰੇ ਮਨ ਨੂੰ ਚੰਗਾ ਲੱਗਦਾ ਉਸੇ ਤਰ੍ਹਾਂ ਕਰ ਲੈ। ਜਿਨ੍ਹਾਂ ਨੇ ਦੇਸ਼ ਕੌਮ ਦੀ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖਾਂ ਮੁਸੀਬਤਾਂ ਝੱਲੀਆਂ, ਪਰ ਇਹਦੀ ਤਿਆਰੀ ਵੀ ਉਹਨਾਂ ਕਮਾਈ ਵਾਲਿਆਂ ਨੇ ਪਹਿਲਾਂ ਕੀਤੀ ਹੁੰਦੀ ਹੈ ਜੀ। ਜਿਸ ਤਰ੍ਹਾਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਪਹਿਲਾਂ ਹੱਠ ਜੋਗ ਕਮਾਇਆ, ਤਪ ਵੀ ਕੀਤਾ ਤੇ ਭੁੱਖਿਆਂ ਰਹਿ ਕੇ ਵੀ ਜਿਹੜਾ ਸੀ ਉਹ ਤਪ ਕੀਤਾ, ਭਗਤੀ ਕੀਤੀ। ਕਿਉਂਕਿ ਭਾਈ ਗੁਰਦਾਸ ਜੀ ਦੇ ਬਚਨ ਪੜ੍ਹਦੇ ਆ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਭਰਮ ਪੌਖ ਹੋਵਣਾ। ਸ਼ਹੀਦ ਹੋ ਹੀ ਹੋ ਸਕਦਾ ਜਿਹਦੇ ਅੰਦਰ ਇਹ ਗੁਣ ਨੇ, ਸਬਰ ਵਾਲਾ ਹੈ, ਸਿਦਕ ਵਾਲਾ ਹੈ, ਭਰਮ ਕੋਈ ਨਹੀਂ, ਭਾਉ ਕੋਈ ਨਹੀਂ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਅਸੀਂ ਤਾਂ ਪਹਿਲਾਂ ਹੀ ਸੋਚ ਲਿਆ ਇੱਥੇ ਬੈਠਾਂਗੇ, ਨਾ ਸੌਵਾਂਗੇ, ਨਾ ਸਾਨੂੰ ਕੁਝ ਖਾਣ ਨੂੰ ਚਾਹੀਦਾ ਨਾ ਪੀਣ ਨੂੰ। ਅਪਰ ਕਠੋਰ ਸੋ ਦੁਸ਼ਟ ਬਖਾਨਾ, ਜਿਹੜਾ ਕਠੋਰ ਚੰਦੂ ਸੀ ਫਿਰ ਕਹਿਣ ਲੱਗਾ, ਕਰੇ ਸਿਪਾਹੀ ਗਨ ਸਵਦਾਨਾ, ਆਪਣੇ ਸਿਪਾਹੀਆਂ ਨੂੰ ਕਿਹਾ ਤੁਸੀਂ ਸਾਵਧਾਨ ਹੋ ਜਾਵੋ, ਖਰੇ ਰਹੋ ਰਾਖੋ ਤਖਤ ਤਕਾਰਾਈ, ਇੱਥੇ ਖਲੋ ਕਰਕੇ ਤਕੜਾਈ ਰੱਖੋ, ਨਾਹੇ ਤਾਂ ਖਾਏ ਪੀਹੋ ਸਪਤਾਈ, ਨਹੀਂ ਤਾਂ ਖਾਏ ਪੀਓ ਸਪਤਾਈ। ਜੇ ਖਾਣ ਅਤੇ ਪੀਣ ਜਾਂ ਸੌਣ ਦੀ ਗੱਲ ਕਰਨ ਤੇ ਫਿਰ ਇਹਨਾਂ ਤੋਂ ਜੁਰਮਾਨਾ ਲਿਓ। ਪਾਂਚੋਂ ਸਿੱਖਨ ਪੌਰ ਮਜਾਰ, ਜਿਹੜੇ 5 ਸਿੱਖ ਸਨ ਉਹਨਾਂ ਨੂੰ ਬਾਹਰ ਡਿਊਟੀ ਤੇ ਰੱਖਿਆ, ਕੈਦ ਕਰੋ ਰਸ ਦਿਨ ਕੋ ਡਾਰ, ਕਹਿਣ ਲੱਗਾ ਇਹਨਾਂ ਪੰਜਾਂ ਨੂੰ ਵੀ ਰੱਸੇ ਪਾ ਕੇ ਕੈਦ ਵਿੱਚ ਪਾ ਦਿਓ, ਜਿਸ ਕੇ ਪਾਸ ਨ ਆਵਨ ਦੀਜੋ, ਇਹ ਪੰਜਾਂ ਨੂੰ ਇਹਨਾਂ ਦੇ ਕੋਲ ਨਾ ਆਉਣ ਦਿਓ, ਬਾਤ ਬਖਾਨੈ ਕੋਏ ਨਾ ਬੀਜੋ, ਨਾ ਹੀ ਇਹਨਾਂ ਦੇ ਕੋਲ ਆ ਕੇ ਇਹਨਾਂ ਨੂੰ ਕੋਈ ਗੱਲ ਕਰਨ ਦਿਓ, ਰਖੋ ਇਕਾਕੀ ਇਹਾਂ ਬਿਠਾਏ, ਇਹਨਾਂ ਨੂੰ ਇੱਥੇ ਬਿਠਾ ਕਰਕੇ ਰੱਖੋ ਕੱਲਿਆਂ ਨੂੰ, ਖਰੋ ਰਹੇ ਇੱਕ ਨਰ ਇਸ ਥਾਏ, ਇੱਕ ਬੰਦਾ ਖਲੋਤਾ ਰਹੇ ਇਹਨਾਂ ਦੇ ਕੋਲ, ਠਨੇ ਦੇਹੋ ਨਾ ਪੌਡਨ ਦੇਹੋ, ਨਾ ਗੁਰੂ ਸਾਹਿਬ ਨੂੰ ਕਹਿਣ ਲੱਗਾ ਇਹਨਾਂ ਨੂੰ ਸੌਣ ਦੇਣਾ ਤੇ ਨਾ ਹੀ ਕੁਝ ਖਾਣ ਦੇਣਾ ਹੈ, ਬੋਲਨ ਦੇਹੋ ਨਾ ਦੇਖੋ ਇਹੋ, ਨਾ ਕਿਸੇ ਨਾਲ ਬੋਲਣ ਦੇਣਾ ਤੇ ਨਾ ਹੀ ਇਹਨਾਂ ਨੂੰ ਇੱਧਰ ਉੱਧਰ ਦੇਖਣ ਦੇਣਾ ਹੈ। ਤਿਮ ਕੈ ਸਦਨ ਬਰਿਓ ਨਿਜ ਜਾਏ, ਇਸ ਤਰ੍ਹਾਂ ਕਹਿ ਕੇ ਚੰਦੂ ਜਿਹੜਾ ਸੀ ਆਪਣੇ ਘਰ ਨੂੰ ਚਲਾ ਗਿਆ। ਮਹਾ ਦੁਸ਼ਟ ਬੜ ਖੋਟ ਉਪਾਏ, ਵੱਡਾ ਦੁਸ਼ਟ ਸੀ, ਬੜਾ ਖੋਟਾ ਇਹਨੇ ਯਤਨ ਕੀਤਾ ਸੀ। ਸੋ ਦਿਨ ਬੀਤ ਗਇਓ ਨਿਸ ਬੀਤੇ, ਉਹ ਦਿਨ ਬੀਤ ਗਿਆ, ਰਾਤ ਬਤੀਤ ਹੋਈ ਹੈ। ਖਾਨ ਪਾਨ ਬਿਨ ਸਤਿਗੁਰ ਰੀਤੇ, ਗੁਰੂ ਅਰਜਨ ਦੇਵ ਸਾਹਿਬ ਜੀ ਕੁਝ ਵੀ ਮਹਾਰਾਜ ਨੇ ਨਾ ਛਕਿਆ, ਨਾ ਭੋਜਨ ਖਾਦਾ, ਨਾ ਪਾਣੀ ਪੀਤਾ। ਸਿੱਖਨ ਮਹਿ ਰੌਰਾ ਪਰ ਗਇਓ, ਸਿੱਖਾਂ ਦੇ ਵਿੱਚ ਇਸ ਗੱਲ ਦਾ ਰੌਲਾ ਪੈ ਗਿਆ। ਗੁਰ ਕਿਤ ਗਏ ਨਾ ਸੁਧ ਕੋ ਪਈਓ, ਜਿਹੜੀਆਂ ਲਾਹੌਰ ਦੀਆਂ ਸੰਗਤਾਂ ਸੀ ਉਹਨਾਂ ਨੇ ਇੱਕ ਦੂਜੇ ਤੋਂ ਪੁੱਛਣਾ ਸ਼ੁਰੂ ਕੀਤਾ ਕਿ ਗੁਰੂ ਸਾਹਿਬ ਦੇ ਦਰਸ਼ਨ ਕੀਤੇ, ਮਹਾਰਾਜ ਬਾਰੇ ਤਾਂ ਕੋਈ ਖਬਰ ਨਹੀਂ ਹੈ। ਇਹ ਤੋਤ ਨਗਰ ਵਿਖੇ ਫਿਰ ਹੀਰੈ, ਲਾਹੌਰ ਦੇ ਇਧਰ ਉਧਰ ਸਿੱਖਾਂ ਦੇ ਘਰਾਂ ਵਿੱਚ ਸੰਗਤਾਂ ਨੇ ਫਿਰ ਕੇ ਦੇਖਿਆ। ਵਿਖੇ ਧਰਮ ਸਲਾਦ ਕਨੇਰੈ, ਫਿਰ ਧਰਮਸ਼ਾਲਾ ਵਿੱਚ ਜਾ ਕੇ ਜਿਹੜੀ ਗੁਰੂ ਅਰਜਨ ਦੇਵ ਸਾਹਿਬ ਨੇ ਧਰਮਸ਼ਾਲਾ ਕਾਇਮ ਕੀਤੀ ਸੀ, ਉਹ ਅੱਜ ਵੀ ਅਸਥਾਨ ਸੁਸ਼ੋਭਿਤ ਹੈ, ਉੱਥੇ ਜਾ ਕੇ ਵੀ ਦੇਖਿਆ ਜਿੱਥੇ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਸਥਾਨ ਹੈ। ਸਿੱਖਨ ਕੇ ਕਰ ਸਿੱਖ ਫਿਰੰਤੇ, ਸਿੱਖਾਂ ਦੇ ਘਰਾਂ ਦੇ ਵਿੱਚ ਸਿੱਖ ਲੱਭਦੇ ਹਨ। ਕਿਤ ਸਤਿਗੁਰ ਉਤਰੇ ਗੁਣਵੰਤੇ, ਗੁਣਾਂ ਵਾਲੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਕਿੱਥੇ ਹਨ? ਗਏ ਸ਼ਾਹੂ ਟਿਗ ਬਹੁਰ ਨ ਆਏ, ਫਿਰ ਬਾਦਸ਼ਾਹ ਦੇ ਕੋਲ ਗਏ ਸਨ, ਪਰਤ ਕੇ ਆਏ ਨਹੀਂ ਹਨ। ਕਿਦੋਂ ਸੁਧਾਸੁਰ ਕੋ ਗਮਨ ਆਏ, ਕੁਝ ਕਹਿੰਦੇ ਨੇ ਕਿਤੇ ਗੁਰੂ ਅਰਜਨ ਦੇਵ ਸਾਹਿਬ ਅੰਮ੍ਰਿਤਸਰ ਨੂੰ ਵਾਪਸ ਨਾ ਚਲੇ ਗਏ ਹੋਣ। ਫਿਰਤ ਫਿਰਤ ਸਰਕਾਰੀ ਲੋਕ, ਇਸ ਤਰ੍ਹਾਂ ਫਿਰਦਿਆਂ ਫਿਰਦਿਆਂ ਕੁਝ ਸਰਕਾਰੀ ਮੁਲਾਜ਼ਮ ਸਨ, ਉਹਨਾਂ ਨੂੰ ਸਿੱਖ ਮਿਲੇ ਹਨ। ਬੂਝਨ ਕੀਨੇ ਸੋ ਅਵਲੋਕ, ਉਹਨਾਂ ਸਰਕਾਰੀ ਮੁਲਾਜ਼ਮਾਂ ਨੂੰ ਜਾ ਕਰਕੇ ਸਿੱਖਾਂ ਨੇ ਪੁੱਛਿਆ, ਤਿਨ ਤੇ ਸੁਧ ਗਨ ਸਿੱਖਨ ਪਾਏ, ਉਹਨਾਂ ਮੁਲਾਜ਼ਮਾਂ ਕੋਲੋਂ ਗੁਰੂ ਸਾਹਿਬ ਜੀ ਦੀ ਖਬਰ ਮਿਲੀ ਹੈ ਚੰਦੂ ਕੇ ਨਰ ਸੰਗ ਸਿਧਾਏ, ਕਿ ਗੁਰੂ ਸਾਹਿਬ ਦੇ ਨਾਲ ਚੰਦੂ ਦੇ ਕੁਝ ਮਨੁੱਖ ਸਨ, ਉਹ ਗੁਰੂ ਸਾਹਿਬ ਨੂੰ ਨਾਲ ਲੈ ਕੇ ਗਏ ਨੇ ਤਿਸ ਕੇ ਸਦਨ ਪਰਵੇਸ਼ਤ ਹੀਰੇ, ਤੇ ਗੁਰੂ ਸਾਹਿਬ ਨੂੰ ਚੰਦੂ ਦੇ ਘਰ ਵੜਦਿਆਂ ਅਸੀਂ ਦੇਖਿਆ ਹੈ। ਤਿਮਰ ਪਏ ਪਹੁੰਚੇ ਤਿਸ ਬੇਰੇ, ਸ਼ਾਮਾਂ ਦੇ ਵਕਤ ਗੁਰੂ ਸਾਹਿਬ ਜੀ
ਹਨੇਰਾ ਥੋੜਾ ਹੋਇਆ ਸੀ, ਉਦੋਂ ਚੰਦੂ ਦੇ ਘਰ ਪ੍ਰਵੇਸ਼ ਕੀਤੇ ਨੇ। ਪ੍ਰੇਮੀ ਸਿੱਖ ਤਹਾਂ ਕੋ ਗਏ, ਜਿਹੜੇ ਪ੍ਰੇਮੀ ਸਿੱਖ ਸਨ ਉਹਨਾਂ ਨੂੰ ਗੁਰੂ ਸਾਹਿਬ ਦੀ ਖਬਰ ਮਿਲੀ ਹੈ, ਉਹ ਇਕੱਠੇ ਹੋ ਕੇ ਚੰਦੂ ਦੀ ਹਵੇਲੀ ਵੱਲ ਗਏ ਨੇ। ਦੀਏ ਕਿਵਾਰ ਬਿਲੋਕਤ ਪਏ, ਪਰ ਜਿੱਥੇ ਗੁਰੂ ਸਾਹਿਬ ਜੀ ਬਿਰਾਜਮਾਨ ਸਨ ਉਹ ਕਿਵਾੜ ਬੰਦ ਸਨ, ਦਰਵਾਜ਼ੇ ਬੰਦ ਸਨ। ਜਾ ਕੇ ਸਿੱਖਾਂ ਨੇ ਦੇਖੇ ਨੇ, ਅੰਤਰ ਸਿੱਖ ਪਠਤ ਇੱਕ ਬਾਣੀ, ਪਰ ਅੰਦਰੋਂ ਬਾਣੀ ਪੜਨ ਦੀ ਆਵਾਜ਼ ਆ ਰਹੀ ਸੀ। 5 ਸਿੱਖ ਗੁਰੂ ਸਾਹਿਬ ਦੇ ਅੰਦਰ ਨਾਲ ਸਨ। ਅੰਦਰੋਂ ਸਿੱਖਾਂ ਨੇ ਆਵਾਜ਼ ਸੁਣੀ ਹੈ ਕਿ ਕੋਈ ਸਿੱਖ ਉੱਚੀ ਉੱਚੀ ਬਾਣੀ ਪੜ ਰਿਹਾ ਹੈ। ਗੁਰ ਹੇਠਾਂ ਹੈ ਤਬ ਸੁਧ ਜਾਣੀ, ਹੁਣ ਸਮਝ ਗਏ, ਉਹ ਸੰਗਤਾਂ ਲਾਹੌਰ ਦੀਆਂ ਸਮਝ ਗਈਆਂ ਕਿ ਗੁਰੂ ਸਾਹਿਬ ਇੱਥੇ ਹੀ ਹੋਣਗੇ। ਸਿੱਖ ਦਾ ਆਧਾਰ ਹੀ ਬਾਣੀ ਹੈ। ਉਹ 5 ਸਿੱਖ ਅੰਦਰ ਸਨ, ਇੱਕ ਸਿੱਖ ਉੱਚੀ ਬਾਣੀ ਪੜ ਰਿਹਾ ਸੀ। ਲਾਹੌਰ ਦੀ ਸੰਗਤ ਸਮਝ ਗਈ ਕਿ ਗੁਰੂ ਸਾਹਿਬ ਜੀ ਇੱਥੇ ਹੀ ਹਨ। ਚਿਰਕਨ ਕਰਹਿ ਸਿਪਾਹੀ ਤੌਨ, ਪਰ ਜਿਹੜੇ ਸਿਪਾਹੀ ਖੜੇ ਸਨ ਬਾਹਰ ਪਹਿਰੇਦਾਰ, ਉਹਨਾਂ ਨੇ ਸਿੱਖਾਂ ਨੂੰ ਝਿੜਕਿਆ। ਕਿਆ ਤੂੰ ਬਕ ਹੈ ਬੈਠ ਤਰ ਮੌਨ, ਤੇ ਇੱਕ ਸਿਪਾਹੀ ਸਿੱਖ ਜਿਹੜਾ ਅੰਦਰੋਂ ਬਾਣੀ ਪੜ ਰਿਹਾ ਸੀ ਨਾ ਉੱਚੀ ਉੱਚੀ, ਉਹਨੂੰ ਤਾੜਨਾ ਦੇ ਕੇ ਉੱਚੀ ਕਹਿਣ ਲੱਗਾ, ਝਿੜਕੇ ਕਹਿਣ ਲੱਗਾ, ਆ ਕੀ ਤੂੰ ਉੱਚੀ ਉੱਚੀ ਬੋਲ ਰਿਹਾ ਹੈ। ਵਹਿਰ ਖਰੇ ਪਿਖ ਦੀਏ ਹਟਾਈ, ਜਿਹੜੇ ਬਾਹਰ ਸਿੱਖ ਖੜੇ ਸਨ ਉਹ ਵੀ ਸਿਪਾਹੀਆਂ ਨੇ ਪਿਛਾਂ ਕਰ ਦਿੱਤੇ ਖਰੇ ਨਾ ਹੋ ਜਾਹੋ ਨਿਜ ਥਾਈ, ਕਿ ਇੱਥੇ ਨਾ ਖੜੇ ਹੋਵੋ ਤੇ ਆਪੋ ਆਪਣੇ ਘਰਾਂ ਨੂੰ ਜਾਵੋ। ਡਰੈ ਦੁਸ਼ਟ ਤੇ ਟਰ ਕਰ ਗਏ, ਜਿਹੜੇ ਕੁਝ ਸਿੱਖ ਸਨ ਅੱਗੇ ਹੋਏ ਉਹਨਾਂ ਨੂੰ ਸਿਪਾਹੀਆਂ ਨੇ ਪਿੱਛੇ ਕਰ ਦਿੱਤਾ। ਸੁਧ ਆਪਸ ਮੈਂ ਕਰਤੇ ਪਏ, ਹੁਣ ਆਪਸ ਵਿੱਚ ਉਹਨਾਂ ਨੇ ਸਲਾਹ ਕੀਤੀ ਹੈ, ਬਹੁਤ ਬਿਸੂਰਤ ਚੱਲੈ ਨਾ ਚਾਰਾ, ਪਰ ਹੁਣ ਚਾਰਾ ਕੋਈ ਨਹੀਂ ਸੀ ਚੱਲਦਾ। ਗੁਰੂ ਅਰਜਨ ਦੇਵ ਸਾਹਿਬ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰਤਾ ਗੱਦੀ ਦਿੱਤੀ ਹੈ। ਜਦੋਂ 11 ਦਿਨ ਪਹਿਲਾਂ ਮਹਾਰਾਜ ਨੇ ਕਿਹਾ ਸੀ ਰੀਤ ਤੂੰ ਹੀ ਰੱਖਣੀ ਸਾਰੀ, ਪਰ 2 ਰੀਤਾਂ ਨਵੀਆਂ ਕਰਨੀਆਂ, ਤਖਤ ਦੀ ਸਾਜਨਾ ਤੇ ਮੇਰੀ ਪੀਰੀ ਦੀਆਂ ਤਲਵਾਰਾਂ ਧਾਰਨੀਆਂ। ਗੁਰੂ ਅਰਜਨ ਦੇਵ ਸਾਹਿਬ ਸਿੱਖਾਂ ਨੂੰ ਪਤਾ ਹੈ ਗੁਰੂ ਸਾਹਿਬ ਅੰਦਰ ਨੇ, ਪਰ ਚਾਰਾ ਕੋਈ ਨਹੀਂ ਸੀ ਚੱਲਦਾ। ਤਾਕਤ ਸੀ ਨਾ ਵੈਰੀ ਕੋਲ, ਹਕੂਮਤ ਕੋਲ, ਇਸ ਕਰਕੇ ਚਾਰਾ ਕੋਈ ਨਹੀਂ ਸੀ। ਭੈ ਤੇ ਕਰਹਿ ਨਾ ਊਚ ਉਚਾਰਾ, ਜਿਹੜੇ ਸਿਪਾਹੀ ਸਨ ਡਰਾ ਕੇ ਪਿੱਛੇ ਕਰ ਦਿੰਦੇ ਸਨ। ਪੁਨ ਚੰਦੂ ਗਮਨਿਓ ਗੁਰ ਤੀਰ, ਫਿਰ ਜਿਹੜਾ ਚੰਦੂ ਸੀ ਦੁਸ਼ਟ ਗੁਰੂ ਸਾਹਿਬ ਦੇ ਕੋਲ ਗਿਆ। ਨੇਠੁਰ ਸੁਨਾਏ ਕਰਿਓ ਚਹ ਭੀਰ, ਗੁਰੂ ਸਾਹਿਬ ਨੂੰ ਬੜੀਆਂ ਕਠੋਰ ਗੱਲਾਂ, ਉੱਚੀ ਉੱਚੀ ਡਰਾਵੇ ਵਾਲੀਆਂ ਗੱਲਾਂ ਦੇ ਕੇ ਡਰਾਉਣਾ ਚਾਹੁੰਦਾ ਸੀ। ਕਿਹਨਾਂ ਨੂੰ? ਜਿਨ੍ਹਾਂ ਦੇ ਪਹਿਲੇ ਆਪਾਂ ਬਚਨ ਪੜ੍ਹਦੇ ਹਾਂ, ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ ਤੋ ਆਓ ਹਮਾਰੇ ਪਾਸ। ਉਹਨਾਂ ਨੂੰ ਜਾ ਕੇ ਡਰਾਉਣਾ ਚਾਹੁੰਦਾ ਹੈ। ਅਬ ਵੀ ਮਾਨ ਸੁਤਾ ਕੋ ਨਾਤਾ, ਕਹਿੰਦਾ ਹਲੇ ਵੀ ਸਮਾਂ ਮੌਕਾ ਹੈ ਕਿ ਮੇਰੀ ਧੀ ਦਾ ਰਿਸ਼ਤਾ ਜਿਹੜਾ ਉਹ ਲੈ ਲਓ, ਨਾਹੀਂ ਤਾਂ ਪ੍ਰਾਨ ਹੋਏਗੇ ਘਾਤਾ, ਨਹੀਂ ਤਾਂ ਤੁਹਾਡੇ ਪ੍ਰਾਣ ਜਿਹੜੇ ਨੇ ਉਹ ਨਿਕਲ ਜਾਣਗੇ, ਤੁਹਾਨੂੰ ਸਜ਼ਾ ਦੇਵਾਂਗੇ। ਜੀਵਤ ਨਹਿ ਤਿਆਗੋ ਅਬ ਤੋਹੀ, ਹਲੇ ਮੈਂ ਤੁਹਾਨੂੰ ਜਿਉਂਦਾ ਨਹੀਂ ਛੱਡਾਂਗਾ। ਬਹੁ ਦਿਨ ਕੀ ਚਿੰਤਾ ਲਗ ਮੋਹੀ, ਬਹੁਤ ਦਿਨਾਂ ਦੀ ਚਿੰਤਾ ਮੇਰੇ ਮਨ ਵਿੱਚ ਹੈ। ਦਿਓ ਕਸ਼ਟ ਪਤ ਸਭ ਮੈਂ ਖੋਈ, ਮੈਨੂੰ ਬਹੁਤਾ ਤੁਸੀਂ ਕਸ਼ਟ ਦਿੱਤਾ ਹੈ, ਮੇਰੀ ਇੱਜ਼ਤ ਜਿਹੜੀ ਆ ਉਹ ਬਹੁਤ ਘਟੀ ਹੈ ਸਮਾਜ ਵਿੱਚ। ਅਬ ਲਉ ਤਰਾਸ ਭਇਓ ਨਹਿ ਕੋਈ, ਹਲੇ ਤੱਕ ਤੁਹਾਡੇ ਮਨ ਵਿੱਚ ਕੋਈ ਡਰ ਨਹੀਂ ਹੈ। ਆਨੋ ਅਗਨ ਤਪਾਵਹੁ ਨੀਰ, ਹਾਂ, ਤੇ ਫਿਰ ਮੈਂ ਬਹੁਤ ਜ਼ਿਆਦੀ ਜਿਹੜਾ ਤਪਾਵਾਂਗਾ। ਅੰਨ ਨੂੰ ਅਗਨ ਤਪਾਵੋ ਨੀਰ, ਸਿਪਾਹੀਆਂ ਨੂੰ ਕਹਿਣ ਲੱਗਾ ਪਾਣੀ ਲਿਆਵੋ ਤੇ ਉਸ ਨੂੰ ਤਪਾਵੋ, ਗਰਮ ਕਰੋ। ਬੀਚ ਬਿਠਾਵੋ ਤਪਹਿ ਸਰੀਰ, ਉਸ ਤਪਦੇ ਹੋਏ ਪਾਣੀ ਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਨੂੰ ਕਹਿਣ ਲੱਗਾ ਕਿ ਇਹਨਾਂ ਨੂੰ ਵਿੱਚ ਬਿਠਾਵੋ। ਮੈਂ ਜਿਮ ਤਪਤਿਓ ਦਿਨ ਅਰ ਰਾਤੀ, ਜਿਸ ਤਰ੍ਹਾਂ ਦਿਨ ਰਾਤ ਮੈਂ ਤਪ ਰਿਹਾ ਹਾਂ। ਮਹਾ ਕਸ਼ਟੇ ਤੇ ਸੁਲਗਤ ਛਾਤੀ, ਬਹੁਤ ਕਸ਼ਟ ਦੇ ਨਾਲ ਮੇਰੀ ਛਾਤੀ ਸੜ ਰਹੀ ਹੈ। ਤਿਮ ਤਪਤਾਵੋ ਬਿਮਲ ਨ ਲਾਵੋ, ਇਸੇ ਤਰ੍ਹਾਂ ਇਹਨਾਂ ਨੂੰ ਵੀ ਤਪਾਵੋ, ਦੇਰੀ ਨਾ ਲਾਵੋ। ਨਾਹੀਂ ਤਾਂ ਲੈਣਾ ਤਾ ਮਨਵਾਵੋ, ਤੇ ਨਹੀਂ ਤਾਂ ਇਹਨਾਂ ਤੋਂ ਮੈਂ ਆਪਣੀ ਧੀ ਦਾ ਰਿਸ਼ਤਾ ਮਨਵਾਵਾਂਗਾ। ਸੁਨੀ ਦੁਸ਼ਟ ਕੀ ਆਇਸ ਜਬੈ, ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਹ ਗੱਲ ਚੰਦੂ ਦੀ ਸੁਣੀ ਹੈ, ਜਲ ਪਰ ਤੇਗ ਚੜਾਇਸ ਤਬੈ, ਤੇ ਉਸ ਵੇਲੇ ਦੇ ਸਿਪਾਹੀਆਂ ਨੇ ਕੀ ਕੀਤਾ ਹੈ ਕਿ ਦੇਗ ਦੇ ਵਿੱਚ ਪਾਣੀ ਉਬਾਲਣਾ ਸ਼ੁਰੂ ਕੀਤਾ। ਸਮਦਾ ਬਾਰ ਬਾਰ ਤਪਤਾਇਓ, ਦੇਗ ਦੇ ਹੇਠਾਂ ਲੱਕੜਾਂ ਜਿਹੜੀਆਂ ਸੀ ਉਹ ਤਪਾ ਲਈਆਂ। ਬਾਰ ਬਾਰ ਲਿਹੁ ਮਾਨ ਸੁਨਾਇਓ, ਬਾਰ-ਬਾਰ ਜਿਹੜਾ ਸੀ ਇਹੋ ਹੀ ਕਹਿੰਦੇ ਰਹੇ ਕਿ ਸਾਡੀਆਂ ਸ਼ਰਤਾਂ ਮੰਨ ਲਓ। ਸੁਨ ਸਤਿਗੁਰ ਕਿਛਦੈ ਨ ਆਨੀ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸੁਣਿਆ ਤੇ ਕੁਝ ਵੀ ਆਪਣੇ ਮਨ ਵਿੱਚ ਨਾ ਲਿਆਂਦਾ। ਕਹਿਓ ਬਾਕ ਹਮ ਡੋ ਕੋ ਡਰ ਪਾਵੈ, ਗੁਰੂ ਅਰਜਨ ਦੇਵ ਸਾਹਿਬ ਕਹਿਣ ਲੱਗੇ ਤੂੰ ਸਾਨੂੰ ਡਰਾਉਣਾ ਚਾਹੁੰਦਾ ਹੈ। ਜਿਸ ਪੂਰਬ ਤਿਮਹੀ ਬਨਿਆਵੈ, ਜਿਸ ਤਰ੍ਹਾਂ
ਪੂਰਬ ਲਿਖਿਆ ਹੈ ਉਸੇ ਤਰ੍ਹਾਂ ਹੀ ਬਣ ਆਉਂਦਾ ਹੈ। ਨਹਿ ਤੁਮ ਦੁਹਤਾ ਲੇ ਕਬ ਨਾਤਾ ਅਸੀਂ ਤੇਰੀ ਧੀ ਦਾ ਰਿਸ਼ਤਾ ਕਦੇ ਨਹੀਂ ਲਵਾਂਗੇ। ਚਿਤ ਜੇ ਚਾਹਤ ਪ੍ਰਾਨ ਕਰ ਘਾਤਾ ਜੇ ਤੂੰ ਚਿੱਤ ਵਿੱਚ ਚਾਹੁੰਦਾ ਹੈ ਸਾਡੇ ਪ੍ਰਾਣ ਨਾਸ਼ ਕਰਨੇ ਤੇ ਉਹ ਤੂੰ ਆਪਣੀ ਇੱਛਾ ਪੂਰੀ ਕਰ ਲੈ। ਜਿਤੀ ਅਵਗਿਆ ਕਰੈ ਦੁਖਾਵੈ ਜਿੰਨੀ ਤੂੰ ਅਵਗਿਆ ਕਰਕੇ ਦੁੱਖ ਦਵੇਂਗਾ ਤਿਤੋ ਅੰਤ ਦੁਖ ਲਹਿ ਪਛਤਾਵੈ ਅੰਤ ਨੂੰ ਜੋ ਕਰੇਗਾ ਬੰਦਾ ਉਹ ਭਰਨਾ ਵੀ ਪੈਂਦਾ ਹੈ, ਅੰਤ ਨੂੰ ਓਨਾ ਹੀ ਦੁਖੀ ਹੋਵੇਂਗਾ। ਕ੍ਰੋਧ ਬਸੀ ਹੋਏ ਜਿਮ ਕਰ ਕਰ ਅਗ ਕਰਤਾ ਜੇ ਕ੍ਰੋਧ ਵਸ਼ੀ ਹੋ ਕਰਕੇ ਪਾਪ ਕਮਾਵੇਂਗਾ ਪਰ ਹੈ ਨਰਕ ਜਮ ਫਾਸੀ ਤਰਤਾ ਬਾਅਦ ਵਿੱਚ ਜਮਾਂ ਦੀ ਫਾਹੀ ਪਵੇਗੀ, ਨਰਕਾਂ ਦਾ ਭਾਗੀ ਬਣੇਗਾ। ਕਹਿ ਚੰਦੂ ਅਬ ਗਿਆਨ ਸੁਨਾਵਤ ਚੰਦੂ ਕਹਿਣ ਲੱਗਾ ਗੁਰੂ ਅਰਜਨ ਦੇਵ ਸਾਹਿਬ ਨੂੰ, ਕਹਿੰਦਾ ਮੈਨੂੰ ਗਿਆਨ ਦੀਆਂ ਗੱਲਾਂ ਸੁਣਾਉਂਦੇ ਹੋ। ਕੂਕਰ ਕਹਿਓ ਨਾ ਤਬ ਡਰ ਪਾਵਤ ਜਦੋਂ ਮੈਨੂੰ ਕੁੱਤਾ ਕਿਹਾ ਉਦੋਂ ਮਨ ਵਿੱਚ ਡਰ ਨਹੀਂ ਲੱਗਾ। ਤਿਸ ਕੋ ਫਲ ਅਬਲੇ ਹੋ ਮਹਾਨਾ ਹੁਣ ਉਸ ਗੱਲ ਦਾ ਫਲ ਵੱਡਾ ਤੁਸੀਂ ਪਾਵੋਗੇ। ਦਿਉ ਸਜਾਏ ਪ੍ਰਾਨ ਕਰ ਹਾਨਾ ਮੈਂ ਤੁਹਾਡੇ ਪ੍ਰਾਣ ਨੁਕਸਾਨ ਕਰਾਂਗਾ, ਖਤਮ ਕਰਾਂਗਾ, ਤੁਹਾਨੂੰ ਸਜ਼ਾ ਦਵਾਂਗਾ। ਗੁਰੂ ਭਨਿਓ ਜੇ ਨਹਿ ਤਬ ਕਹਿਓ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਜੇ ਪਹਿਲਾਂ ਨਹੀਂ ਕਿਹਾ ਤਉ ਕਹਿਓ ਜੈਸੇ ਕਰ ਚਾਹਿਓ ਫਿਰ ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ ਤੂੰ ਕਰ, ਫਿਰ ਉਸੇ ਤਰ੍ਹਾਂ ਮੰਨ। ਜੇ ਸਿੱਖ ਨੇ ਕਿਹਾ ਹੈ ਉਹ ਸਾਡਾ ਮੰਨ ਲੈ। ਕਹਿ ਚਾਕਰ ਸੋ ਤੇਗ ਉਬਾਰੀ ਫਿਰ ਬੜੀ ਛੇਤੀ ਇਹਨਾਂ ਨੇ ਜਿਹੜੀ ਦੇਗ ਸੀ ਉਹ ਉਬਾਲ ਲਈ ਪਕਰੋਂ ਦੇਹੋਂ ਤਿਸੀ ਮਹਿਡਾਰੀ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਸਿਪਾਹੀਆਂ ਨੇ ਫੜ ਕੇ ਉਸ ਉਬਲਦੀ ਦੇਗ ਦੇ ਵਿੱਚ ਬਿਠਾਇਆ। ਤਬ ਸਤਿਗੁਰ ਉਠ ਆਪੇ ਗਏ ਤੇ ਗੁਰੂ ਅਰਜਨ ਦੇਵ ਸਿਪਾਹੀਆਂ ਨੂੰ ਇਹਨੇ ਕਿਹਾ ਕਿ ਉਬਲਦੀ ਦੇਗ ਦੇ ਵਿੱਚ ਬਿਠਾਵੋ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਉੱਠ ਕੇ ਆਪੇ ਹੀ ਗਏ ਹਨ। ਤਪਤ ਨੀਰ ਮਹਿ ਬੈਠਤ ਪਏ ਤਪਦੇ ਹੋਏ ਪਾਣੀ ਦੇ ਵਿੱਚ ਸਤਿਗੁਰੂ ਆਪ ਜਾ ਕੇ ਬੈਠ ਗਏ। ਹਾਹਾਕਾਰ ਹੀਰ ਸਿੱਖ ਕਰੈ ਜਦੋਂ ਸਿੱਖਾਂ ਨੇ ਗੁਰੂ ਸਾਹਿਬ ਨੂੰ ਤਪਦੇ ਹੋਏ ਨੀਰ 'ਚ ਬੈਠਿਆਂ ਦੇਖਿਆ, ਦੇਖ ਕਰਕੇ ਹਾਹਾਕਾਰ ਮਚ ਗਈ। ਉਠਿਓ ਪਿਰਾਣਾ ਸ਼ਕਤ ਨਾ ਜਰੈ ਭਾਈ ਪ੍ਰਾਣਾ ਜੀ ਉੱਠੇ ਨੇ, ਦੇਖ ਕੇ ਜਰ ਨਾ ਸਕੇ। ਗੁਰ ਦਿਸ ਚੱਲਿਓ ਕਿ ਲਉ ਉਬਾਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਵੱਲ ਦੌੜੇ ਨੇ ਕਿ ਮੈਂ ਇਹਨਾਂ ਨੂੰ ਉਬਲਦੀ ਹੋਈ ਦੇਗ 'ਚ ਬਿਠਾ ਦਿੱਤਾ ਨਾ, ਮੈਂ ਉਬਲਦੇ ਹੋਏ ਪਾਣੀ 'ਚੋਂ ਇਹਨਾਂ ਨੂੰ ਬਾਹਰ ਕੱਢ ਲਵਾਂ। ਹਤੋਂ ਦੁਸ਼ਟ ਚੰਦੂ ਦੁਰਚਾਰੀ ਪਰ ਜਿਹੜਾ ਚੰਦੂ ਸੀ ਦੁਸ਼ਟ ਬਹੁਤ ਵੱਡਾ। ਤਬ ਹੈ ਸਿਪਾਹੀ ਗਹਿ ਕਰ ਸੋਟਾ ਆਪਣੇ ਸਿਪਾਹੀਆਂ ਨੂੰ ਇਸ਼ਾਰਾ ਕੀਤਾ ਤੇ ਸਿਪਾਹੀਆਂ ਨੇ ਉਸ ਵੇਲੇ ਹੱਥ ਵਿੱਚ ਸੋਟਾ ਲੈ ਕੇ ਦੋਇ ਤੈ ਹਤੈ ਜਾਤ ਕੋ ਹੋਟਾ ਭਾਈ ਪ੍ਰਾਣਾ ਜੀ ਦੌੜ ਕੇ ਗੁਰੂ ਸਾਹਿਬ ਵੱਲ ਜਾ ਰਹੇ ਨੇ ਤੇ ਇਹਨਾਂ ਨੂੰ 2-3 ਸੋਟੇ ਮਾਰ ਕੇ ਰੋਕਿਆ ਹੈ। ਸਤਿਗੁਰ ਕਹਿਓ ਨਾ ਆਵੋ ਧੀਰ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਸ਼ਾਰਾ ਕਰ ਦਿੱਤਾ ਭਾਈ ਪ੍ਰਾਣੇ ਨੂੰ। ਮਹਾਰਾਜ ਕਹਿੰਦੇ ਸਾਡੇ ਕੋਲ ਨਾ ਆ। ਪਰ ਹੈ ਦੁਸ਼ਟ ਜਬ ਖਾਰੇ ਨੀਰ ਇਹ ਦੁਸ਼ਟਾਂ ਦੀ ਜੜ ਜਿਹੜੀ ਹੈ ਉਹ ਖਾਰੇ ਪਾਣੀ ਦੇ ਵਿੱਚ ਪੈ ਰਹੀ ਹੈ। ਹਮ ਤੋਂ ਤਜ ਹੈ ਆਪਣੇ ਪ੍ਰਾਨ ਅਸੀਂ ਤਾਂ ਆਪਣੇ ਪ੍ਰਾਣ ਜਿਹੜੇ ਉਹ ਛੱਡ ਦੇਣੇ ਹਨ। ਇਹੋ ਸਾਸਨਾ ਤੁਮ ਕਿਉ ਆਨ ਪਰ ਤੂੰ ਆਪਣੇ ਸਰੀਰ ਦੇ ਉੱਤੇ ਕਿਉਂ ਇੰਨਾ ਕਸ਼ਟ ਲੈ ਰਿਹਾ ਹੈ। ਖਰਿਓ ਦੁਰ ਕਰ ਜੋਰ ਪਿਰਾਣਾ ਦੂਰ ਖਲੋਤਾ ਭਾਈ ਪ੍ਰਾਣਾ ਜੀ ਹੱਥ ਜੋੜ ਕੇ ਕਹਿਣ ਲੱਗਾ, ਸ਼ਕਤ ਦਿਖਾਵਨ ਹੇਤ ਵਖਾਣਾ ਕਹਿਣ ਲੱਗਾ ਫਿਰ ਮਹਾਰਾਜ ਮੈਨੂੰ ਆਗਿਆ ਦਿਓ, ਮੈਂ ਜਿਹੜੀ ਸ਼ਕਤੀ ਹੈ ਉਹ ਦਿਖਾ ਸਕਾਂ। ਪ੍ਰਭੂ ਜੀ ਰਹਿਓ ਜਾਏ ਨਾ ਮੋਤੋ ਮਹਾਰਾਜ ਮੇਰੇ ਕੋਲੋਂ ਰਿਹਾ ਨਹੀਂ ਜਾਂਦਾ। ਰਾਵਰ ਕੋ ਇਹ ਤਿਕ ਦੁਖ ਹੋਤੋ ਆਪ ਜੀ ਦੇ ਤਨ ਤੇ ਇੰਨਾ ਦੁੱਖ ਦੇ ਰਹੇ ਹਨ। ਦਿੱਲੀ ਲਵਪੁਰ ਨਗਰ ਬਿਸਾਲੇ ਜੇ ਆਗਿਆ ਦਿਓ ਤੇ ਦਿੱਲੀ ਤੇ ਲਾਹੌਰ ਬਹੁਤ ਵੱਡੇ ਸ਼ਹਿਰ ਹਨ। ਅਬਲੇ ਮੋ ਨਿਜ ਹੱਥ ਉਠਾਲੇ ਇਹ ਦੋਨਾਂ ਨਗਰਾਂ ਨੂੰ ਮੈਂ ਆਪਣੇ ਹੱਥ ਵਿੱਚ ਚੁੱਕ ਲਵਾਂ। ਦੋਹਨ ਭਰਾਵੋ ਜਿਉ ਕਰਤਾਰੀ ਇਹਨਾਂ ਦੋਨਾਂ ਨੂੰ ਇੰਜ ਪੜਾ ਦਵਾਂ ਜਿਸ ਤਰ੍ਹਾਂ ਦੋਵੇਂ ਹੱਥਾਂ ਨਾਲ ਤਾੜੀ ਮਾਰੀ ਦੀ ਹੈ। ਦੇਉ ਨਾਸ ਕਰ ਲਗਹਿ ਨਾ ਬਾਰੀ ਬਿਨਾਂ ਦੇਰੀ ਤੋਂ ਇਹਨਾਂ ਨੂੰ ਨਰਕ ਸੁੱਟ ਦਵਾਂ, ਖਤਮ ਕਰ ਦਵਾਂ। ਕਿਉ ਇਤਨੇ ਦੁਖ ਸਹੋ ਗੁਸਾਈ ਮਹਾਰਾਜ ਆਪਣੇ ਤਨ ਤੇ ਨੇ ਦੁੱਖ ਕਿਉਂ ਸਹਾਰ ਰਹੇ ਹੋ। ਦੇਹੁ ਸ਼ਾਰਤ ਮੁਖ ਕਹੋ ਨਾ ਕਾਈ ਮੈਨੂੰ ਇਸ਼ਾਰਾ ਕਰੋ, ਆਪਣੇ ਮੁਖ ਵਿੱਚੋਂ ਕੁਝ ਨਾ ਕਹੋ। ਸੁਨ ਸਤਿਗੁਰ ਕਹੈ ਕਿਹਤੇ ਪਾਈ ਸੁਣ ਕੇ ਸਤਿਗੁਰੂ ਜੀ ਕਹਿੰਦੇ ਭਾਈ ਪ੍ਰਾਣੇ ਨੂੰ ਇਹ ਸ਼ਕਤੀ ਕਿੱਥੋਂ ਲਈ ਹੈ। ਜੇ ਚਾਹਤ ਅਬ ਸ਼ਕਤ ਦਿਖਾਈ ਜਿਹੜੀ ਸ਼ਕਤੀ ਹੁਣ ਤੂੰ ਦਿਖਾਉਣੀ ਚਾਹੁੰਦਾ ਹੈ। ਸੁਨੋ ਗੁਰੂ ਕਰ ਸੇਵ ਤੁਮਾਰੀ ਕਹਿਣ ਲੱਗੇ ਭਾਈ ਪ੍ਰਾਣਾ ਜੀ ਸਤਿਗੁਰੂ ਤੁਹਾਡੀ ਸੇਵਾ ਕਰਕੇ ਪਾਈ ਹੈ। ਭਇਓ ਕਿਰਪਾ ਤੇ ਪਰਾਕਰਮ ਪਾਰੀ ਮਹਾਰਾਜ ਤੁਹਾਡੀ ਕਿਰਪਾ ਦੇ ਨਾਲ ਇਹ ਭਾਰੀ ਬਲ ਮਿਲਿਆ ਹੈ। ਚੰਦੂ ਦੁਸ਼ਟ ਮੂੰਡ ਕਿਆ ਹੈ ਅਹੈ ਇਹ ਚੰਦੂ ਮੂਰਖ ਦੁਸ਼ਟ ਕੀ ਹੈ। ਨਾਸੋਂ ਤੁਰਕ ਨਾਮ ਨਹਿ ਰਹੈ ਤੁਰਕਾਂ ਦਾ ਨਾਮੋ ਨਿਸ਼ਾਨ ਹੀ ਖਤਮ ਕਰ ਦਵਾਂ। ਜਿਨ ਕੀ ਰਾਜ ਮਹਾ ਅਨ ਪਾਏ ਜਿਨ੍ਹਾਂ ਦੇ ਰਾਜ ਦੇ ਵਿੱਚ ਵੱਡਾ ਪਾਪ ਹੋ ਰਿਹਾ ਹੈ। ਤੁਮ ਸਮ ਕੋ ਅਸ ਹੋਤ ਸਜਾਏ ਮਹਾਰਾਜ ਤੁਹਾਡੇ ਵਰਗੇ ਮਹਾਨ ਆਤਮਾ ਨੂੰ ਹੀ ਸਜ਼ਾ ਦੇਣ ਲੱਗ ਪਏ ਹਨ।
ਮਨ। ਗੁਰੂ ਕਹਿਓ ਜਿਨ ਕੀ ਕਰ ਸੇਵਾ, ਮਹਾਰਾਜ ਕਹਿਣ ਲੱਗੇ ਭਾਈ ਪੁਰਾਣੇ ਨੂੰ ਜਿਨ੍ਹਾਂ ਦੀ ਸੇਵਾ ਕਰਕੇ ਲਈ ਸਕਤ ਧਾਰਤ ਅਹਮੇਵਾ। ਮਹਾਰਾਜ ਕਹਿੰਦੇ ਜਿਨ੍ਹਾਂ ਦੀ ਸੇਵਾ ਕਰਕੇ ਤੂੰ ਸ਼ਕਤੀ ਲਈ ਹੈ, ਫਿਰ ਮਨ ਵਿੱਚ ਉਹ ਸ਼ਕਤੀ ਦਾ ਮਾਣ ਕਰਦਾ ਹੈ। ਤਿਨ ਮੋਹ ਸ਼ਕਤ ਹੈ ਕੀ ਆਨਾਹੀ, ਜਿਨ੍ਹਾਂ ਦੀ ਸੇਵਾ ਕਰਕੇ ਤੈਨੂੰ ਸ਼ਕਤੀ ਮਿਲੀ, ਕਿ ਉਹਨਾਂ ਵਿੱਚ ਇਹ ਸ਼ਕਤੀ ਨਹੀਂ ਹੈ। ਕਿਮ ਜਾਣਤੇ ਆਪਣੇ ਮਨ ਮਾਹੀ, ਤੂੰ ਆਪਣੇ ਮਨ ਵਿੱਚ ਇਹ ਕਿਸ ਤਰ੍ਹਾਂ ਸੋਚ ਲਿਆ। ਜੇ ਜਾਣਤ ਤੂਸ਼ਨ ਕਰ ਰਹੋ, ਜੇ ਜਾਣਦਾ ਹੈ ਸਭ ਕੁਝ, ਫਿਰ ਚੁੱਪ ਕਰਕੇ ਰਹਿ। ਬੈਠੇ ਬਿਖੋ ਨਹੀਂ ਕੁਛ ਕਹੋ, ਇਹ ਬੈਠ ਕੇ ਸਾਰਾ ਤਮਾਸ਼ਾ ਦੇਖ ਤੇ ਕੁਝ ਨਾ ਕਹਿ। ਨਾਹੀਂ ਤਾਂ ਸ਼ੂਸ਼ੋ ਹੀ ਰਹਿ ਜਾਏ, ਜੇ ਸਾਡਾ ਬਚਨ ਨਹੀਂ ਮੰਨਿਆ ਫਿਰ ਖਾਲੀ ਰਹਿ ਜਾਵੇਂਗਾ। ਹੋਏ ਸਕਤ ਕੋ ਪੁਨ ਪਛਤਾ ਹੈ, ਸ਼ਕਤੀ ਖਤਮ ਹੋਵੇਗੀ ਤੇ ਫਿਰ ਬਾਅਦ ਵਿੱਚ ਪਛਤਾਵੇਂਗਾ। ਹਮਨੇ ਇਮਹੀ ਕਾਰਨ ਕਰਨਾ, ਅਸੀਂ ਇਹ ਸਾਰਾ ਕਾਰਨ ਆਪ ਬਣਾਇਆ, ਦੋਹਾਂ ਸਿਰਿਆਂ ਕਾ ਆਪ ਸੁਆਮੀ। ਇਹ ਕਾਰਨ ਅਸੀਂ ਆਪ ਬਣਾਇਆ ਹੈ। ਤੂੰ ਨਹਿ ਲਖੈ ਏਵ ਆਚਰਨਾ, ਤੂੰ ਇਸ ਅਚਰਜ ਕੌਤਕ ਨੂੰ ਨਹੀਂ ਸਮਝਦਾ। ਪਰਮ ਬਿਸੂਰਤ ਤੂਸ਼ਨ ਹੋਵਾ, ਭਾਈ ਪੁਰਾਣਾ ਜੀ ਬੜੇ ਝੂਰਰੇ ਸਨ, ਪਰ ਦੁੱਖ ਬਰਦਾਸ਼ਤ ਕਿੱਥੋਂ ਹੁੰਦਾ ਹੈ ਸਿੱਖ ਤੋਂ। ਮਨ ਵਿੱਚ ਬੜੇ ਝੂਰਦੇ ਸਨ। ਨੀਚ ਗਰੀਬ ਕਰ ਊਚ ਨਾ ਜੋਵਾ, ਆਪਣੀ ਧੌਣ ਨੀਵੀਂ ਕਰ ਲਈ ਨਹੀਂ ਦੇਖਿਆ ਜਾ ਰਿਹਾ ਸੀ। ਸਤਿਗੁਰ ਬੈਠੇ ਦੇਗ ਮਜਾਰੀ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਉਬਲਦੀ ਦੇਗ ਵਿੱਚ ਪਾਣੀ ਉਬਲ ਰਿਹਾ, ਬੈਠੇ ਵੀ ਮਹਾਰਾਜ ਆ ਕੇ ਆਪ ਹੀ ਨੇ, ਕਿਉਂਕਿ ਸਾਰੇ ਕਾਰਨਾਂ ਨੂੰ ਕਰਨ ਵਾਲੇ ਆਪ ਨੇ। ਉਬਲਦੀ ਦੇਗ ਦੇ ਵਿੱਚ ਸਤਿਗੁਰੂ ਬਿਰਾਜਮਾਨ ਹਨ। ਹਰੇ ਦੁਸ਼ਟ ਬਹੁ ਸਮਦਾਤ ਜਾਰੀ, ਇਹ ਦੁਸ਼ਟ ਜਿਹੜੇ ਸਨ ਥੱਲੇ ਉਸ ਦੇਗ ਦੇ ਲੱਕੜਾਂ ਲਾ ਰਹੇ ਸਨ। ਅਗਨ ਧਾਰ ਔਰ ਡਰ ਸਮਦਾਊ, ਕਹਿੰਦੇ ਅੱਗ ਜਿਹੜੀ ਹੈ ਨਾ, ਉਹ ਗੁਰੂ ਅਰਜਨ ਦੇਵ ਸਾਹਿਬ ਤੋਂ ਡਰ ਗਈ ਹੈ। ਕਰੋ ਬਿਪਰਜੈ ਆਪਨ ਸੁਭਾਊ, ਇਹ ਕਵੀ ਜੀ ਦਾ ਆਪਣਾ ਖਿਆਲ, ਉਹਨਾਂ ਦੀ ਭਾਵਨਾ ਹੈ। ਕਹਿੰਦੇ ਅੱਗ ਡਰ ਕੇ ਵੀ ਆਪਣਾ ਸੁਭਾਅ ਬਦਲ ਲੈਂਦੀ ਹੈ। ਤੇਜ ਸ਼ੋਰ ਕਰ ਸੀਤਲ ਹੋਵਾ, ਆਪਣਾ ਤੇਜ ਅੱਗ ਨੇ ਛੱਡ ਦਿੱਤਾ, ਉਹ ਵੀ ਠੰਡੀ ਹੋ ਗਈ ਹੈ। ਗੁਣ ਤਨ ਤਾਪ ਤਨ ਕਨਹਿ ਜੋਵਾ, ਉਹਨੇ ਗੁਰੂ ਸਾਹਿਬ ਜੀ ਦੇ ਸਰੀਰ ਨੂੰ ਥੋੜਾ ਜਿਹਾ ਵੀ ਨਹੀਂ ਤਪਾਉਣਾ ਚਾਹਿਆ। ਦੋਹਰਾ ਕਿਤਕ ਕਾਲ ਬੈਠੇ ਰਹੇ, ਇਸ ਤਰ੍ਹਾਂ ਗੁਰੂ ਅਰਜਨ ਦੇਵ ਸਾਹਿਬ ਜੀ ਕਿੰਨਾ ਸਮਾਂ ਉਬਲਦੀ ਦੇਗ ਦੇ ਵਿੱਚ ਬੈਠੇ ਹਨ। ਪੁਨ ਲਖ ਕਹਿ ਕਸਾਏ, ਫਿਰ ਗੁਰੂ ਸਾਹਿਬ ਜੀ ਨੂੰ ਇਹਨਾਂ ਨੇ ਕਹਿ ਕੇ ਬਾਹਰ ਕਢਵਾਇਆ ਹੈ। ਗਇਓ ਸਦਨ ਨਿਜ ਮੂਡ ਮਤ, ਇਹ ਮੂਰਖ ਚੰਦੂ ਫਿਰ ਆਪਣੇ ਘਰ ਨੂੰ ਚਲਾ ਗਿਆ। ਮਹਿਮਾ ਲਖੀ ਨਾ ਕਾਏ, ਜਿਨ੍ਹਾਂ ਸਤਿਗੁਰਾਂ ਦੀ ਮਹਿਮਾ ਮੂਰਖ ਨੇ ਜਾਣੀ ਹੀ ਨਾ। ਜੋ ਤਤੀ ਤਵੀ ਉੱਤੇ ਗੁਰੂ ਅਰਜਨ ਦੇਵ ਸਾਹਿਬ ਬੈਠੇ ਨੇ, ਇਹ ਸੀਨ ਸਾਈਂ ਮੀਆਂ ਮੀਰ ਨੇ ਆ ਕੇ ਦੇਖਿਆ ਸੀ ਕਿ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਤਤੀ ਤਵੀ ਦੇ ਉੱਤੇ ਬਿਰਾਜਮਾਨ ਨੇ। ਸਾਈਂ ਮੀਆਂ ਮੀਰ ਕੋਲੋਂ ਵੀ ਨਾ ਜਰਿਆ ਗਿਆ। ਉਹ ਅੱਗੇ ਪ੍ਰਸੰਗ ਵਿੱਚ ਆਵੇਗਾ। ਇਹ ਵਿਚਾਰ ਆਪਾਂ ਆਉਂਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਗੁਰੂ ਅਰਜਨ ਦੇਵ ਸਾਹਿਬ ਨੂੰ ਹੱਥ ਜੋੜ ਕੇ ਫਿਰ ਇਹਨੇ ਬੇਨਤੀ ਕੀਤੀ ਸੀ। ਉਹਨੇ ਜਦੋਂ ਗੁਰੂ ਅਰਜਨ ਦੇਵ ਸਾਹਿਬ ਨੂੰ ਬੈਠਿਆਂ ਦੇਖਿਆ, ਕਹਿਣ ਲੱਗਾ ਮੈਨੂੰ ਆਗਿਆ ਦਿਓ। ਤੇ ਮਹਾਰਾਜ ਨੇ ਇਹ ਉੱਤਰ ਕਿਹਾ ਸੀ, ਸਾਈਂ ਜੀ ਕਿਆ ਹੁਆ ਤਨ ਜਲ ਰਿਹਾ, ਹਮ ਸ਼ਾਂਤ ਹੈ ਹਰੀ ਨਾਮ ਸੇ। ਅਸੀਂ ਅੰਦਰੋਂ ਤਾਂ ਠੰਡੇ ਆ ਨਾ, ਬਾਹਰੋਂ ਤਾਂ ਇਹ ਸਾਰੀ ਦੁਨੀਆ ਹੀ ਸੜ ਰਹੀ ਹੈ ਦੁੱਖਾਂ ਦੇ ਨਾਲ, ਤ੍ਰਿਸ਼ਨਾ ਦੇ ਨਾਲ, ਕ੍ਰੋਧ ਦੇ ਨਾਲ, ਈਰਖਾਵਸ ਹੋ ਕੇ ਸਾਨੂੰ ਸਾੜਨਾ ਚਾਹੁੰਦੇ ਨੇ, ਪਰ ਅਸੀਂ ਅੰਦਰੋਂ ਹਲੇ ਵੀ ਠੰਡੇ ਹਾਂ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸ਼ਹੀਦੀ ਜੋੜ ਮੇਲਾ ਆਉਣ ਵਾਲੇ ਦੀਵਾਨਾਂ ਦੇ ਵਿੱਚ ਆਪਾਂ ਇਹ ਪ੍ਰਸੰਗ ਸਰਵਣ ਕਰਾਂਗੇ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣੀ। ਅੱਜ ਸੁਲਤਾਨ ਕੌਮ ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਆ, ਤਿੰਨਾਂ ਦਾ ਜਨਮ ਦਿਹਾੜਾ ਵੀ ਹੈ। ਸਾਰੀਆਂ ਸੰਗਤਾਂ ਨੂੰ ਉਸ ਬਾਦਸ਼ਾਹੇ ਹਿੰਦ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ। ਦੋ ਪੰਕਤੀਆਂ ਸਰਵਣ ਕਰੋ, ਫਤਿਹ ਬੁਲਾਈਏ ਜੀ। ਕਿਤਕ ਕਾਲ ਬੈਠੇ ਰਹੇ, ਪੁਨ ਖਲ ਕਹਿ ਕਸਾਏ, ਗਇਓ ਸਦਨ ਨਿਜ ਮੂੜ ਮਤ, ਮਹਿਮਾ ਲਖੀ ਨ ਕਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।